मैं नाही किछ हौ नाही किछ आहे न मोरा। अवसर लज्जा राख ले हो सदना जन तोरा। हे रब हे सास हे करुणा निध मेरी अभय बिनती सुन लीजै। और न मांगत हो तुम ते कछ चाहत हो चित में सोई कीजै। शस्त्रन सो अत हिरण पीतर जूझ मरो तो साच पतीजै। संत सहाय सदा जग माहे कृपा कर श्याम यह वर दीजै। मोहे कृपा तारे जी 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 मोहे कृपा तारे कृपा तारे जी मोहे कृपा तारे जी मोहे कृपा तारे मोहे कृपा तारे जी मोहे कृपा तारे जी। राखो अपनी शरण प्रभ राखो अपनी शरण प्रभ राखो अपनी शरण प्रभ राखो अपनी शरण प्रभ अपनी शरण प्रभ राखो 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 अपनी शरण राखो अपनी शरण प्रभ राखो अपनी शरण प्रभ। मोहे कृपा तारे कृपा तारे जी मोहे कृपा तारे जी मोहे कृपा तारे मोहे कृपा तारे जी मोहे कृपा तारे जी। राखो अपनी शरण प्रभ मोहे कृपा तारे। सेवा कछु न जानो नीच मूर्खारे। मान करो तुद उपरे मेरे प्रीतम प्यारे। हमें अपराधी सद भूलते तुम बख्शण हारे रहाओ। हमें अवगन कर है असंख नीत तुम निर्गुण दातारे। दासी संगत प्रभु त्याग ये कर्म हमारे। तुम देखो सब किछ दयाता हम अकृत कनारे। लाग परे तेरे दान स्यों नह चित खसमारे। तुझ ते बाहर किछ नहीं तुझ ते बाहर किछ नहीं भव काटन हारे। कहो नानक शरण दयाल गुर कहो नानक शरण दयाल गुर। लेहो मुग्ध उधारे।
ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਮੂਰਖਾਂ ਨੂੰ ਕੋਈ ਵੀ ਨਾ ਜਾਣੇ ਜੀ, ਕੋਈ ਵੀ ਨਾ ਜਾਣੇ ਜੀ, ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਮੇਰੇ ਪਿਆਰੇ ਸਭ ਵਡਿਆਈਆਂ ਤੇਰੀਆਂ। 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 ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। 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 ਇਹ ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣੇ। ਸਭ ਵਡਿਆਈਆਂ ਤੇਰੀਆਂ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ। ਸਭ ਵਡਿਆਈਆਂ ਤੇਰੀਆਂ। ਪਰਮ ਸਤਿਕਾਰਯੋਗ
ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਅਦਬ ਸਤਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਸੀ ਇੱਕ ਬੇਨਤੀ ਕਰਨੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਖਾਈ ਹੈ। ਹੇ ਅਕਾਲ ਪੁਰਖ, ਹੇ ਵਾਹਿਗੁਰੂ, ਸਾਡੇ ਤੇ ਕਿਰਪਾ ਕਰ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਰੱਖੋ ਆਪਣੀ ਸ਼ਰਨ ਪ੍ਰਭ, ਤੇਰਾ ਬਿਰਦ ਹੈ, ਤੇਰਾ ਧਰਮ ਹੈ, ਤੂੰ ਆਪਣੇ ਸ਼ਰਣੀ ਆਇਆਂ ਦੀ ਲਾਜ ਰੱਖ ਲੈਂਦਾ ਹੈ। ਮੋਹਿ ਕਿਰਪਾ ਧਾਰੇ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਤਰਸ ਕਰ। ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ। ਮੈਨੂੰ ਸੇਵਾ ਕਰਨ ਦਾ ਕੋਈ ਢੰਗ ਨਹੀਂ ਆਉਂਦਾ, ਸਿਮਰਨ ਕਰਨ ਦਾ ਕੋਈ ਤਰੀਕਾ ਨਹੀਂ ਆਉਂਦਾ। ਮੈਂ ਬਿਲਕੁਲ ਇਸ ਪੱਖ ਤੋਂ ਬਹੁਤ ਗਰੀਬ ਹਾਂ, ਨੀਚ ਹਾਂ, ਮੂਰਖ ਹਾਂ। ਬਿਲਕੁਲ ਵੀ ਸਮਝ ਨਹੀਂ ਹੈ ਮੈਨੂੰ। ਮਾਣ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਬਸ ਇੱਕ ਤੇਰਾ ਹੀ ਮਾਣ ਹੈ। ਮੈਨੂੰ ਪਤਾ ਹੈ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਤੂੰ ਉਹਨੂੰ ਬਖਸ਼ ਲੈਂਦਾ ਹੈ। ਇੱਕ ਤੇਰੇ ਤੇ ਹੀ ਮਾਣ ਹੈ ਸੱਚੇ ਪਾਤਸ਼ਾਹ। ਹਮ ਅਪਰਾਧੀ ਸਦ ਭੂਲਤੇ, ਅਸੀਂ ਵੱਡੇ ਅਪਰਾਧੀ ਹਾਂ, ਸਦਾ ਭੁੱਲਾਂ ਕਰਦੇ ਹਾਂ, ਸਦਾ ਹੀ ਭੁੱਲਦੇ ਰਹਿੰਦੇ, ਖਿਨ ਖਿਨ ਭੁੱਲਣਹਾਰ ਹਾਂ। ਪਰ ਤੇਰੀ ਇਹ ਵਡਿਆਈ ਹੈ, ਤੂੰ ਬਖਸ਼ਣਹਾਰੇ। ਤੁਸੀਂ ਬਖਸ਼ ਲੈਂਦੇ ਹੋ। ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ, ਤੁਸੀਂ ਉਹਦੇ ਤੇ ਤਰਸ ਕਰਕੇ ਉਹਨੂੰ ਆਪਣਾ ਬਣਾ ਲੈਂਦੇ ਹੋ। ਐਸੀ ਪਿਆਰ ਭਰੀ ਬੇਨਤੀ ਕਰਨੀ ਸਿਖਾਈ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਢਹਿ ਕੇ, ਜੁੜ ਕੇ, ਆਪਣੇ ਗੁਣਾਂ ਦਾ ਅਹੰਕਾਰ ਜਿਹੜਾ ਬੰਦਾ ਕਰਦਾ ਹੈ, ਆਪਣੇ ਗੁਣਾਂ ਨੂੰ ਅੱਗੇ ਰੱਖਦਾ ਹੈ, ਉਹ ਕਦੇ ਵੀ ਨਿਰੰਕਾਰ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਹੋ ਸਕਦਾ। ਨਿਮਰਤਾ ਧਾਰਨ ਕਰਨ ਵਾਲਾ, ਪ੍ਰੇਮ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਗਰੀਬੀ ਧਾਰਨ ਕਰਕੇ ਜਿਹੜਾ ਉਹਦੇ ਅੱਗੇ ਬੇਨਤੀਆਂ ਕਰਦਾ, ਤਰਲੇ ਕਰਦਾ, ਆਪ ਸਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਉਹ ਉੱਚਿਆਂ ਵਿੱਚ ਗਿਣਿਆ ਜਾਂਦਾ। ਮਹਾਰਾਜ ਨੂੰ ਉੱਚਾ ਬਣਾ ਦਿੰਦੇ ਨੇ। ਬਸ ਗੱਲ ਸਿਰਫ ਇੰਨੀ ਹੋਈ ਹੈ ਵੀ ਆਪਣੇ ਗੁਣਾਂ ਦਾ ਜਿਨ੍ਹਾਂ ਨੂੰ ਮਾਣ ਹੋ ਜਾਂਦਾ ਹੈ, ਹੰਕਾਰ ਹੋ ਜਾਂਦਾ ਹੈ, ਉਹ ਫੇਲ ਹੋ ਜਾਂਦੇ ਨੇ। ਤੇ ਜਿਹੜੇ ਨਿਮਰਤਾ ਧਾਰਨ ਕਰਕੇ ਇਹ ਗੱਲ ਕਹਿ ਦਿੰਦੇ ਨੇ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਮੇਰੇ ਵਿੱਚ ਤਾਂ ਔਗਣ ਹੀ ਨੇ ਜੀ ਸਾਰੇ, ਮੇਰੇ ਵਿੱਚ ਗੁਣ ਇੱਕ ਵੀ ਨਹੀਂ ਹੈ। ਇਹ ਤਾਂ ਤੁਹਾਡਾ ਤਰਸ ਹੈ, ਤੁਸੀਂ ਆਪਣੇ ਬਣਾਇਆ ਹੈ। ਤੁਹਾਡੇ ਨਾਮ ਕਰਕੇ ਸਾਡਾ ਸਤਿਕਾਰ ਹੁੰਦਾ ਹੈ, ਤੁਹਾਡੇ ਨਾਮ ਕਰਕੇ ਸਾਨੂੰ ਸੰਗਤ ਦੇ ਵਿੱਚ ਬੈਠਣ ਦਾ ਸਮਾਂ ਮਿਲ ਜਾਂਦਾ ਹੈ। ਤੁਹਾਡੀ ਕਿਰਪਾ, ਤੁਹਾਡੇ ਨਾਮ ਨਾਲ ਜੁੜੇ ਹੋਣ ਕਰਕੇ, ਤੁਸੀਂ ਜੋੜਿਆ ਹੋਇਆ, ਇਸ ਕਰਕੇ ਹੀ ਸਾਨੂੰ ਸੰਗਤਾਂ ਵਿੱਚੋਂ ਸਤਿਕਾਰ, ਪਿਆਰ ਮਿਲਦਾ ਹੈ। ਇਹ ਸਾਡੇ ਕਰਕੇ ਨਹੀਂ ਹੈ, ਇਹ ਤੁਹਾਡੇ ਨਾਮ ਕਰਕੇ, ਤੁਹਾਡੀ ਬਖਸ਼ਿਸ਼ ਕਰਕੇ ਹੈ। ਮਹਾਰਾਜ ਜੀਆਂ ਦੇ ਨਾਮ ਨਾਲ ਜਿਹੜਾ ਜੁੜ ਜਾਂਦਾ ਹੈ ਨਾ ਜੀ, ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਉੱਚੀ ਪਦਵੀ ਮਿਲ ਜਾਂਦੀ ਹੈ ਜਿਹੜੇ ਨਾਮ ਨਾਲ ਜੁੜ ਜਾਂਦੇ। ਜੁੜੇ ਹੋਏ ਉੱਚੀਆਂ ਪਦਵੀਆਂ ਤੇ ਪਹੁੰਚ ਜਾਂਦੇ। ਅੱਜ ਦੇ ਇਸ ਦੀਵਾਨ ਦੇ ਵਿੱਚ ਆਪਾਂ ਜਿਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਦੀ ਵਿਚਾਰ ਕਰਨੀ ਹੈ। ਦੁਆਪਰ ਯੁੱਗ ਦੇ ਵਿੱਚ ਹੋਏ ਨੇ ਇੱਕ, ਤੇ ਇੱਕ ਤ੍ਰੇਤੇ ਦੇ ਵਿੱਚ ਹੋਏ ਨੇ। ਤ੍ਰੇਤੇ ਯੁੱਗ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਹੋਏ ਨੇ, ਤੇ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਹੋਏ ਨੇ। ਪਿਛਲੇ ਦੀਵਾਨ ਵਿੱਚ ਵੀ ਆਪ ਜੀ ਨੇ ਸ੍ਰੀ ਕ੍ਰਿਸ਼ਨ ਮਹਾਰਾਜ ਜੀਆਂ ਦੇ ਜੀਵਨ ਦੀ ਭਗਤ ਸੁਦਾਮੇ ਦੇ ਨਾਲ ਮਿਲਾਪ ਦੀ ਸਾਖੀ ਕਥਾ ਆਪ ਜੀ ਨੇ ਸਰਵਣ ਕੀਤੀ ਸੀ। ਜਿਹੜੇ ਸਮੇਂ ਦੇ ਅਵਤਾਰ ਹੁੰਦੇ ਨੇ, ਸਮੇਂ ਦੇ ਪਰਮੇਸ਼ਰ ਦੇ ਭੇਜੇ ਹੋਏ, ਪਰਮੇਸ਼ਰ ਦਾ ਰੂਪ ਬਣ ਕੇ ਆਏ ਹੋਏ ਹੁੰਦੇ ਨੇ ਜਿਹੜੇ,
ਉਹ ਪਰਮੇਸ਼ਰ ਦੀ ਵਡਿਆਈ ਨੂੰ, ਪਰਮੇਸ਼ਰ ਦੇ ਗੁਣਾਂ ਨੂੰ ਪ੍ਰਗਟ ਕਰਦੇ ਹਨ। ਤੇ ਪਰਮੇਸ਼ਰ ਦਾ ਗੁਣ ਹੈ ਵੀ ਉਹ ਗਰੀਬ ਨਵਾਜ ਹੈ। ਜਿਹੜਾ ਛੋਟਾ ਬਣ ਜਾਂਦਾ ਉਹਨੂੰ ਨਵਾਜਦਾ ਹੈ, ਉਹਨੂੰ ਵੱਡਾ ਬਣਾ ਦਿੰਦਾ ਹੈ, ਉਹਦੀ ਸ਼ਰਨ ਵਿੱਚ ਆਉਣ ਵਾਲੇ ਨੂੰ ਉਹ ਵੱਡਾ ਬਣਾ ਦਿੰਦਾ ਹੈ। ਤੋ ਇੱਕ ਸਾਖੀ ਜਿਹੜੀ ਦੁਆਪਰ ਯੁੱਗ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਕਬੀਰ ਸਾਹਿਬ ਨੇ ਲਿਖੀ ਹੈ। ਸਾਧ ਸੰਗਤ ਜੀ, ਦੁਆਪਰ ਯੁੱਗ ਹੈ। ਦੁਆਪਰ ਯੁੱਗ ਦੇ ਅੰਦਰ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਮਹਾਭਾਰਤ ਦੇ ਯੁੱਧ ਨੂੰ ਰੋਕਣ ਵਾਸਤੇ, ਉਸ ਯੁੱਧ ਨੂੰ ਟਾਲਣ ਵਾਸਤੇ ਦੁਰਯੋਧਨ ਨੂੰ ਤੇ ਬਾਕੀ ਸਾਰੇ ਕੌਰਵਾਂ ਨੂੰ ਮਿਲਣ ਵਾਸਤੇ ਜਾ ਰਹੇ ਨੇ, ਸ਼ਾਂਤੀ ਦੂਤ ਬਣ ਕੇ। ਹੁਣ ਦੁਰਯੋਧਨ ਜਿਹੜਾ ਚੱਕਰਵਰਤੀ ਬਾਦਸ਼ਾਹ ਕਹਾਉਂਦਾ ਹੈ ਆਪਣੇ ਆਪ ਨੂੰ, ਜਿਹਦੇ ਬਾਰੇ ਮਹਾਰਾਜ ਨੇ ਬਾਣੀ ਦੇ ਵਿੱਚ ਵਚਨ ਕੀਤਾ ਹੈ, ਕਹਿੰਦੇ ਏਡਾ ਹੰਕਾਰੀ ਸੀ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ। ਹਰ ਵੇਲੇ ਮੇਰੀ ਮੇਰੀ ਕਰਦਾ ਰਹਿੰਦਾ ਸੀ, ਹਰ ਵੇਲੇ ਆਪਣੇ ਆਪ ਨੂੰ ਇਹੀ ਕਹਿੰਦਾ ਸੀ ਵੀ ਮੇਰੇ ਵਰਗਾ ਕੌਣ ਹੈ, ਮੈਂ ਸਭ ਤੋਂ ਉੱਤਮ ਹਾਂ, ਆਪਣੇ ਆਪ ਨੂੰ ਐ ਸਮਝਦਾ ਸੀ। ਮਹਾਰਾਜ ਨੇ ਬਾਣੀ ਦੇ ਵਿੱਚ ਐਂ ਲਿਖਿਆ ਉਹਨਾਂ ਬਾਰੇ, ਕਹਿਰੋਂ ਕਰ ਗਏ ਮੇਰੀ ਭਈ ਮੇਰੀ, ਕਹਿਰੋਂ ਕਰ ਗਏ ਮੇਰੀ 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 ਮੇਰੀ। ਮਹਾਰਾਜ ਕਹਿੰਦੇ ਮੇਰੀ ਮੇਰੀ ਕਹਿਰੋਂ ਕਰਤੇ, ਹਰ ਵੇਲੇ ਹੰਕਾਰ ਦੇ ਵਿੱਚ ਡੁੱਬੇ ਰਹਿਣ ਵਾਲੇ, ਹਰ ਵੇਲੇ ਹੰਕਾਰ ਦੇ ਵਿੱਚ ਤੁਰੇ ਫਿਰਨ ਵਾਲੇ ਕੌਰਵਾਂ ਨੂੰ ਜਿਸ ਵੇਲੇ ਮਿਲਣ ਜਾ ਰਹੇ ਸ੍ਰੀ ਕ੍ਰਿਸ਼ਨ ਜੀ, ਤੇ ਹੁਣ ਕੌਰਵਾਂ ਦਾ ਜਿਹੜਾ ਰਾਜਾ ਹੈ ਦੁਰਯੋਧਨ, ਉਹਦੇ ਮਨ ਦੇ ਵਿੱਚ ਇਹ ਗੱਲ ਹੈ ਵੀ ਮੈਂ ਚੱਕਰਵਰਤੀ ਬਾਦਸ਼ਾਹ ਹਾਂ, ਜੇ ਕ੍ਰਿਸ਼ਨ ਜੀ ਆਉਂਦੇ ਐ ਤੇ ਮੈਨੂੰ ਭਰੀ ਸਭਾ ਦੇ ਵਿੱਚ ਆਪਣੇ ਸਿੰਘਾਸਣ ਤੋਂ ਉੱਠ ਕੇ ਖੜਾ ਹੋਣਾ ਪਊ, ਕਿਉਂਕਿ ਉਹ ਮੌਕੇ ਦੇ ਅਵਤਾਰ ਨੇ। ਪਰ ਆਪਣੇ ਆਪ ਨੂੰ ਛੋਟਾ ਨਹੀਂ ਸੀ ਬਣਾਉਣਾ ਚਾਹੁੰਦਾ, ਆਪਣੇ ਆਪ ਨੂੰ ਛੋਟਾ ਨਹੀਂ ਸੀ ਸਮਝਣਾ ਚਾਹੁੰਦਾ, ਤੇ ਇਸ ਕਰਕੇ ਸਾਧ ਸੰਗਤ ਜੀ ਉਹ ਹੁਣ ਵਿਚਾਰਾਂ ਕਰਦਾ ਵੀ ਜਦੋਂ ਕ੍ਰਿਸ਼ਨ ਆਊਗਾ ਨੇੜੇ ਤਾਂ ਮੈਂ ਘੋੜਿਆਂ ਦੇ ਤਬੇਲੇ ਵਿੱਚ ਚਲਿਆ ਜਾਣਾ, ਉੱਠ ਕੇ ਖੜੇ ਹੋਣ ਦੀ ਜਿਹੜੀ ਗੱਲ ਹੈ ਉਹ ਉੱਥੇ ਨਹੀਂ ਹੋਊਗੀ। ਫਿਰ ਇੱਧਰ ਹੁਣ ਦੁਰਯੋਧਨ ਨੂੰ ਤਾਂ ਇਹ ਫਿਕਰ ਪਿਆ ਹੋਇਆ ਹੈ ਵੀ ਕ੍ਰਿਸ਼ਨ ਦੇ ਸਤਿਕਾਰ ਦੇ ਵਿੱਚ ਜੇ ਮੈਂ ਉੱਠ ਕੇ ਖੜਾ ਹੋਇਆ ਤਾਂ ਮੇਰਾ ਹੰਕਾਰ ਜਿਹੜਾ ਹੈ, ਮੇਰੇ ਵਡੱਪਣ ਨੂੰ ਸੱਟ ਵੱਜਦੀ ਹੈ, ਉਹ ਆਪਣੇ ਆਪ ਨੂੰ ਤਾਂ ਐਂ ਸਮਝਦਾ ਹੈ। ਤੇ ਇੱਕ ਮਹਾਂਪੁਰਸ਼ ਜਿਹੜਾ ਕ੍ਰਿਸ਼ਨ ਜੀ ਮਹਾਰਾਜ ਦੀ ਬਹੁਤ ਉਡੀਕ ਕਰ ਰਿਹਾ ਬੜੇ ਲੰਮੇ ਸਮੇਂ ਤੋਂ, ਬੜੇ ਲੰਮੇ ਸਮੇਂ ਤੋਂ ਉਹਦੇ ਮਨ ਵਿੱਚ ਪ੍ਰੇਮ ਵਸਿਆ ਹੋਇਆ। ਇਹ ਕੌਣ ਹੈ ਜੀ? ਇਹਦਾ ਨਾਮ ਹੈ ਜੀ ਬਿਦਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਬਿਦਰ। ਨੀਚ ਜਾਤ ਹਰ ਜਪਤਿਆਂ ਉਤਮ ਪਦ ਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਜਿਸ ਘਰ ਜਾਏ। ਕਹਿੰਦੇ ਕੋਈ ਪੁੱਛ ਲਵੇ ਬਿਦਰ ਨੂੰ ਵੀ ਜਿਵੇਂ ਉਹਨੂੰ ਵਡਿਆਈ ਬਖਸ਼ੀ ਮੌਕੇ ਦੇ ਅਵਤਾਰ ਨੇ। ਹੁਣ ਇਹ ਬਿਦਰ ਹੈ ਤਾਂ ਸਾਧ ਸੰਗਤ ਜੀ ਕੌਰਵਾਂ ਦੇ ਬਿਲਕੁਲ ਨੇੜੇ ਰਹਿਣ ਵਾਲੇ ਬਿਦਰ ਜੀ, ਜਿੰਨਾ ਚਿਰ ਤਾਂ ਧ੍ਰਿਤਰਾਸ਼ਟਰ ਦੇ ਹੱਥ ਵਿੱਚ ਰਾਜ ਰਿਹਾ
ਉਨਾ ਚਿਰ ਤਾਂ ਬਿਦਰ ਦਾ ਪੂਰਾ ਸਤਿਕਾਰ ਹੋਇਆ, ਮਹਿਲਾਂ ਦੇ ਵਿੱਚ ਬਿਦਰ ਜੀ ਰਹਿੰਦੇ ਸੀ। ਪਰ ਜਦੋਂ ਰਾਜ ਦੀ ਕਮਾਂਡ ਦੁਰਯੋਧਨ ਦੇ ਹੱਥ ਵਿੱਚ ਆਈ, ਦੁਰਯੋਧਨ ਜਿਹੜਾ ਹੈ ਉਹ ਬਿਦਰ ਨੂੰ ਚੰਗਾ ਨਹੀਂ ਸਮਝਦਾ। ਉਹਦਾ ਕਾਰਨ ਕੀ ਹੈ, ਚੰਗਾ ਕਿਉਂ ਨਹੀਂ ਸਮਝਦਾ? ਕਿਉਂਕਿ ਜਿਹੜਾ ਬਿਦਰ ਹੈ, ਬਿਦਰ ਸੱਚ ਬੋਲਦਾ ਹੈ। ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਕੋਈ ਗੱਲ ਹੁੰਦੀ, ਅਨਿਆਂ ਦੀ ਗੱਲ ਹੁੰਦੀ ਹੈ, ਮਾੜੀ ਗੱਲ ਹੁੰਦੀ ਹੈ, ਉਸ ਵੇਲੇ ਬਿਦਰ ਜੀ ਆਵਾਜ਼ ਚੱਕਦੇ ਨੇ ਸਭਾ ਦੇ ਵਿੱਚ, ਬਈ ਤੁਸੀਂ ਇਹ ਗਲਤ ਕਰ ਰਹੇ ਹੋ। ਹੰਕਾਰੀ ਬੰਦੇ ਨੂੰ ਇਹ ਗੱਲ ਬਰਦਾਸ਼ਤ ਕਰਨੀ ਬੜੀ ਔਖੀ ਹੁੰਦੀ ਹੈ। ਹੰਕਾਰੀ ਬੰਦਾ ਜਦੋਂ ਰਾਜ ਸੱਤਾ ਦੇ ਉੱਤੇ ਕਾਬਜ ਹੁੰਦਾ ਹੈ ਤਾਂ ਉਹਦੀ ਹਰ ਕੋਸ਼ਿਸ਼ ਇਹੀ ਹੁੰਦੀ ਹੈ ਵੀ ਹਰ ਉਸ ਆਵਾਜ਼ ਨੂੰ ਦਬਾਇਆ ਜਾਵੇ, ਬੰਦ ਕੀਤਾ ਜਾਵੇ ਜਿਹੜੀ ਉਹਦੇ ਖਿਲਾਫ ਹੈ। ਇਹ ਸਿਆਸਤ ਦਾ ਇੱਕ ਪਹਿਲੂ ਹੈ, ਰਾਜਨੀਤੀ ਦਾ ਇੱਕ ਪਹਿਲੂ ਹੈ। ਹਰ ਉਸ ਆਵਾਜ਼ ਨੂੰ ਬੰਦ ਕੀਤਾ ਜਾਂਦਾ ਹੈ ਜਾਂ ਉਸ ਆਵਾਜ਼ ਕੱਢਣ ਵਾਲੇ ਨੂੰ ਬਦਨਾਮ ਕੀਤਾ ਜਾਂਦਾ ਹੈ ਤਾਂ ਕਿ ਉਹਦੀ ਆਵਾਜ਼ ਦਾ ਬਾਕੀ ਲੋਕਾਂ ਦੇ ਉੱਤੇ ਅਸਰ ਨਾ ਹੋਵੇ। ਉਹਦੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਹੈ। ਤੇ ਬਿਦਰ ਜੀ ਦੇ ਨਾਲ ਵੀ ਇਹੀ ਕੁਝ ਹੋਇਆ। ਬਿਦਰ ਜੀ ਸੱਚ ਬੋਲਦੇ ਸੀ, ਤੇ ਜਿਹੜਾ ਬੰਦਾ ਸੱਚ ਬੋਲਦਾ ਨਾ ਜੀ, ਉਹਦਾ ਸੱਚ ਜਿਹੜਾ ਝੂਠੇ ਬੰਦੇ ਨੂੰ, ਹੰਕਾਰੀ ਬੰਦੇ ਨੂੰ ਚੰਗਾ ਨਹੀਂ ਲੱਗਦਾ ਹੁੰਦਾ। ਬਾਣੀ ਦੇ ਵਿੱਚ ਲਿਖਿਆ ਹੋਇਆ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਿਹੜਾ ਸੱਚ ਬੋਲਦਾ ਹੈ ਉਹ ਝੂਠੇ ਨੂੰ ਚੰਗਾ ਨਹੀਂ ਲੱਗਦਾ। ਕਹਿੰਦੇ ਝੂਠੇ ਬੰਦੇ ਨੂੰ ਅੱਗ ਲੱਗ ਜਾਂਦੀ ਹੈ, ਸੱਚ ਸੁਣ ਕੇ ਅੱਗ ਲੱਗ ਜਾਂਦੀ। ਬਸ ਇਸੇ ਤਰ੍ਹਾਂ ਦੁਰਯੋਧਨ ਦੇ ਨਾਲ ਹੁੰਦਾ ਸੀ। ਤੇ ਗੁਰਮੁਖੋ, ਦੁਰਯੋਧਨ ਨੇ ਕਮਾਂਡ ਸੰਭਾਲਦਿਆਂ ਸਭ ਤੋਂ ਪਹਿਲਾਂ ਬਿਦਰ ਨੂੰ ਮਹਿਲਾਂ ਵਿੱਚੋਂ ਕੱਢ ਦਿੱਤਾ, ਆਪਣੀ ਸਭਾ ਦੇ ਵਿੱਚੋਂ ਕੱਢ ਦਿੱਤਾ। ਤੇ ਬਿਦਰ ਤਾਂ ਪਹਿਲੇ ਤਿਆਗੀ ਵਿਰਾਗੀ ਸੀ। ਬਿਦਰ ਨੂੰ ਤਾਂ ਇਹਨਾਂ ਚੀਜ਼ਾਂ ਦੇ ਨਾਲ ਮਤਲਬ ਹੀ ਨਹੀਂ ਸੀ ਕੋਈ ਵੀ। ਉਹ ਤਾਂ ਪਹਿਲੇ ਨਹੀਂ ਸੀ ਰਾਜ ਦੇ ਵਿੱਚ ਰਹਿ ਕੇ ਰਾਜੀ। ਉਹ ਤਾਂ ਪਹਿਲੇ ਸਭਾ ਦੇ ਵਿੱਚ ਰਹਿ ਕੇ ਰਾਜੀ ਨਹੀਂ ਸੀ। ਉਹ ਤਾਂ ਪਹਿਲੇ ਇਹ ਗੱਲ ਚਾਹੁੰਦੇ ਸੀ ਵੀ ਮੈਨੂੰ ਇਹ ਰਾਜ-ਕਾਜ ਦੇ ਕੰਮਾਂ 'ਚੋਂ, ਝਮੇਲਿਆਂ 'ਚੋਂ ਵਿਹਲਾ ਕਰ ਦੇਣ ਤੇ ਮੈਂ ਪਰਮੇਸ਼ਰ ਦਾ ਭਜਨ ਕਰ ਸਕਾਂ, ਸਿਮਰਨ ਕਰ ਸਕਾਂ। ਕਿਉਂਕਿ ਜਿਹੜੇ ਗੁਰਮੁਖ ਹੁੰਦੇ ਨੇ ਨਾ, ਅੰਦਰੋਂ ਜੁੜੇ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਲ, ਉਹ ਆਪਣਾ ਇੱਕ ਇੱਕ ਜਿਹੜਾ ਪਲ ਅਜਾਈ ਜਾਣ ਵਾਲਾ ਉਹਦਾ ਵੀ ਦੁੱਖ ਮਨਾਉਂਦੇ ਨੇ ਵੀ ਮੇਰਾ ਆਹ ਸਮਾਂ ਬਿਰਥਾ ਕਿਵੇਂ ਚਲਿਆ ਗਿਆ। ਇੱਕ ਇੱਕ ਸਕਿੰਟ ਦਾ ਉਹਨਾਂ ਨੂੰ ਦੁੱਖ ਲੱਗਦਾ ਹੈ। ਜਿਹੜਾ ਸਮਾਂ ਹੋਰ ਕੰਮਾਂ ਕਾਰਾਂ ਦੇ ਵਿੱਚ ਬੀਤ ਜਾਂਦਾ ਹੈ, ਇੱਧਰ ਉੱਧਰ ਸੁਰਤ ਗਈ ਹੁੰਦੀ ਹੈ। ਗੁਰਮੁਖ ਬੰਦੇ ਜਦੋਂ ਬੈਠਦੇ ਨੇ ਨਾ, ਉਸ ਸਮੇਂ ਦਾ ਉਹਨਾਂ ਨੂੰ ਅੰਦਰੋਂ ਅੰਦਰ ਹੀ ਅਫਸੋਸ ਬੜਾ ਹੁੰਦਾ ਹੈ। ਇਹ ਵਾਹਿਗੁਰੂ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ। ਉਹ ਘੜੀ ਚੰਗੀ ਹੈ, ਉਹ ਸਮਾਂ ਚੰਗਾ ਹੈ ਜਦੋਂ ਮੈਂ ਤੇਰਾ ਨਾਮ ਜਪਦਾ ਹਾਂ, ਤੇਰੀ ਨੇੜਤਾ ਅਹਿਸਾਸ ਹੁੰਦਾ, ਮਹਿਸੂਸ ਹੁੰਦੀ ਹੈ ਨੇੜਤਾ। ਉਹ ਸਮਾਂ ਚੰਗਾ ਹੈ। ਤੇ ਜਿਸ ਸਮੇਂ ਤੇਰੇ ਤੋਂ ਦੂਰੀ ਬਣ ਜਾਂਦੀ ਹੈ ਸਾਡੀ ਸੁਰਤ ਦੀ, ਉਹ ਸਮਾਂ ਸਾਡੇ ਲਈ ਫਿੱਟ ਅਵੇਹਾ ਜੀਵਿਆ। ਉਹ ਜੀਵਨ ਸਾਡੇ ਲਈ ਫਟਕਾਰਾਂ ਦਾ ਸਬੱਬ ਹੈ। ਫਿਟਕਾਰ ਹੈ ਸਾਡੇ ਉਸ ਜੀਵਨ ਨੂੰ ਜਦੋਂ ਅਸੀਂ ਪ੍ਰਮਾਤਮਾ ਨੂੰ ਭੁੱਲਦੇ ਹਾਂ, ਵਿਸਰਦੇ ਹਾਂ। ਤੇ ਗੁਰਮੁਖ ਜਨ ਹਮੇਸ਼ਾ ਵਾਹਿਗੁਰੂ ਤੋਂ ਇਹੀ ਮੰਗਦੇ ਨੇ, ਮਿਹਰ ਕਰੋ ਦਾਤਾ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਹੋ ਦਇਆਲ, ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਇਹ ਨਹੀਂ ਕਿਹਾ ਵੀ ਸਵੇਰ ਨੂੰ 5 ਬਾਣੀਆਂ ਪੜ੍ਹਨ ਵੇਲੇ ਮੈਂ ਜੁੜਾਂ ਤੇ ਬਾਕੀ ਸਾਰੀ ਦਿਹਾੜੀ ਭਾਵੇਂ ਟੁੱਟਿਆ ਰਵਾਂ। ਨਹੀਂ ਨਹੀਂ, ਕਹਿੰਦੇ ਸਦਾ ਰਹੋ ਰੰਗ ਰਾਤਾ। ਮੇਰੀ ਸੁਰਤ ਅੰਦਰੋਂ ਤੇਰੇ ਪ੍ਰੇਮ ਦੇ ਵਿੱਚ ਸਦਾ ਜੁੜੀ ਰਵੇ, ਮੇਰੀ ਸੁਰਤ ਦੇ ਵਿੱਚ ਤੇਰਾ ਪਿਆਰ ਹਮੇਸ਼ਾ ਲਈ ਵਸਿਆ ਰਵੇ। ਮੈਂ ਕਦੇ ਨਾ ਟੁੱਟਾਂ ਤੇਰੇ ਨਾਲ, ਕਦੇ ਨਾ ਅੰਦਰੋਂ ਤੇਰੀ ਯਾਦ ਵਿਸਰੇ। ਇਹ ਮੰਗਣਾ ਸਿਖਾਉਂਦੇ ਨਾ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਮੰਗਿਆ ਕਰੋ ਪਰਮਾਤਮਾ ਦੇ ਕੋਲੋਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਵਿਸਰ ਨਾਹੀਂ ਦਾਤਾਰ ਨਾਮ ਦੇਹੋ, ਵਿਸਰ ਨਾਹੀਂ ਦਾਤਾਰ ਆਪਣਾ 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 ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ
ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਦਿਨ ਰਾਤ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉਏ ਹੋ। ਦਿਨ ਰਾਤ ਨਾਨਕ ਚਾਉਏ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ। हे ਮਹਾਰਾਜ ਮਿਹਰ ਕਰ ਸਾਡੇ ਤੇ ਤਰਸ ਕਰ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ। ਹੁਣ ਇਸ ਬਿਦਰ ਨੂੰ ਰਾਜ ਕਾਜ ਦੇ ਕੰਮਾਂ ਚੋਂ ਵਿਹਲਾ ਕਰਕੇ ਤੋਰ ਦਿੱਤਾ। ਬਿਦਰ ਜੀ ਨੇ ਆਪਣੀ ਖੁਸ਼ੀ ਦੇ ਨਾਲ ਇਹਨਾਂ ਤੋਂ ਪਰੇ ਹੁੰਦਿਆਂ ਇੱਕ ਕੁਟੀਆ ਬਣਾ ਲਈ। ਬਿਦਰ ਜੀ ਵੀ ਭਗਤੀ ਕਰਨ ਵਾਲੇ, ਬਿਦਰ ਜੀ ਦੀ ਪਤਨੀ ਵੀ ਭਗਤੀ ਕਰਨ ਵਾਲੀ, ਪਰਮੇਸ਼ਰ ਨਾਲ ਜੁੜੀ ਹੋਈ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰੰਗੀ ਹੋਈ। ਹੁਣ ਇਹ ਦੋਨੋਂ ਜਣੇ ਇਕਾਂਤ ਵਿੱਚ ਰਹਿੰਦੇ ਨੇ, ਕਿਸੇ ਨਾਲ ਕੋਈ ਮਤਲਬ ਨਹੀਂ, ਲੈਣ ਦੇਣ ਨਹੀਂ, ਆਪਣਾ ਮਾੜਾ ਮੋਟਾ ਕਿਰਤ ਕਰਕੇ ਜੋ ਵੀ ਭੋਜਨ ਪਾਣੀ ਆਪਣਾ ਬਸ ਗਰੀਬੀ ਦਾਵੇ ਦਾ, ਕੋਈ ਇੱਛਾ ਹੀ ਨਹੀਂ ਮਨ ਦੇ ਵਿੱਚ, ਨਾ ਪਦਾਰਥਾਂ ਦੀ, ਨਾ ਸਾਧ ਸੰਗਤ ਜੀ ਰਾਜ ਦੇ ਠਾਠ ਬਾਠ ਦੀ, ਕੋਈ ਮਤਲਬ ਨਹੀਂ ਨਾ, ਇਕਾਂਤ ਵਿੱਚ ਰਹਿੰਦੇ। ਹੁਣ ਬਿਦਰ ਜੀ ਨੂੰ ਪਤਾ ਲੱਗਿਆ ਵੀ ਸ੍ਰੀ ਕ੍ਰਿਸ਼ਨ ਮਹਾਰਾਜ ਆ ਰਹੇ ਆ, ਕ੍ਰਿਸ਼ਨ ਮਹਾਰਾਜ ਦੁਰਯੋਧਨ ਨੂੰ ਮਿਲਣ ਵਾਸਤੇ ਆ ਰਹੇ ਨੇ, ਪਤਾ ਲੱਗਿਆ। ਜਦੋਂ ਦਾ ਬਿਦਰ ਨੂੰ ਪਤਾ ਲੱਗਿਆ ਤੇ ਬਿਦਰ ਜੀ ਹੁਣ ਅੰਦਰੋਂ ਅੰਦਰੀ ਬੇਨਤੀਆਂ ਕਰੀ ਜਾਂਦੇ ਨੇ, ਅਰਦਾਸਾਂ ਕਰੀ ਜਾਂਦੇ ਨੇ। ਬੜਾ ਚਿਰ ਹੋ ਗਿਆ ਭਗਵਾਨ ਤੇਰੇ ਦਰਸ਼ਨ ਕੀਤੇ, ਬੜਾ ਚਿਰ ਹੋ ਗਿਆ ਤੁਸੀਂ ਆਏ ਨਹੀਂ ਇੱਧਰ ਕਦੇ, ਤੇ ਜੇ ਹੁਣ ਆ ਰਹੇ ਹੋ ਤੇ ਮੈਂ ਮਹਿਲਾਂ ਵਿੱਚ ਨਹੀਂ, ਮੈਂ ਦਰਬਾਰ ਵਿੱਚ ਨਹੀਂ, ਤੇ ਜਿੱਥੇ ਮੈਂ ਹੁਣ ਰਹਿ ਰਿਹਾ ਇਹ ਕੁਟੀਆ ਇੰਨੀ ਕੁ ਛੋਟੀ ਹੈ, ਜਾਂ ਇਹ ਕੁਟੀਆ ਤੁਹਾਡੇ ਰਹਿਣ ਵਾਸਤੇ ਬਹੁਤ ਛੋਟੀ ਔਰ ਸੁੱਖ ਸਹੂਲਤਾਂ ਤੋਂ ਸੱਖਣੀ ਹੈ। ਜਿਹੜੀਆਂ ਸਹੂਲਤਾਂ ਤੁਹਾਨੂੰ ਮਹਿਲਾਂ ਵਿੱਚ ਮਿਲ ਸਕਦੀਆਂ ਨੇ ਉਹ ਇੱਥੇ ਨਹੀਂ ਮਿਲ ਸਕਦੀਆਂ। ਮਹਾਰਾਜ ਕਿਰਪਾ ਕਰੋ, ਮੇਰੀ ਬੇਨਤੀ ਹੈ, ਮੇਰੇ ਤੇ ਤਰਸ ਕਰਿਓ, ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ। ਰਾਜਿਆਂ ਦੇ ਜਾਣ ਵਾਲੇ, ਰਾਜਿਆਂ ਦੇ ਮਹਿਲਾਂ ਵਿੱਚ ਜਾਣਾ ਤੁਸੀਂ। ਪਰਮਾਤਮਾ ਵਾਸਤੇ ਤੇ ਗਰੀਬ ਤੇ ਅਮੀਰ ਇੱਕ ਹੁੰਦੇ ਆ। ਹੇ ਕ੍ਰਿਸ਼ਨ ਮਹਾਰਾਜ ਕਿਰਪਾ ਕਰਿਓ, ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ। ਰਾਜਿਆਂ ਦੇ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਭਾਗ ਲਾ ਦੇ। ਰਾਜਿਆਂ ਦੇ ਜਾਣ ਵਾਲਿਆ, ਮੇਰੀ ਕੱਖਾਂ ਦੀ ਕੁੱਲੀ ਰਾਜਿਆਂ ਦੇ ਜਾਣ ਵਾਲੇ ਮਹਾਰਾਜ ਜੀ, ਹੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਕਿਰਪਾ ਕਰੋ, ਮੇਰੀ ਕੱਖਾਂ ਦੀ ਕੁੱਲੀ ਦੇ ਵਿੱਚ ਚਰਨ ਪਾ ਦਿਓ।
ਇਸ ਕੱਖਾਂ ਦੀ ਕੁੱਲੀ ਦੇ ਵਿੱਚ ਆਪ ਜੀ ਚਰਨ ਪਾ ਕੇ ਇਸ ਕੁੱਲੀ ਨੂੰ ਪਵਿੱਤਰ ਕਰ ਦਿਓ। ਸ੍ਰੀ ਕ੍ਰਿਸ਼ਨ ਮਹਾਰਾਜ ਰਥ ਤੇ ਸਵਾਰ ਹੋ ਕੇ ਮਥੁਰਾ ਤੋਂ ਹਸਤਨਾਪੁਰ ਆ ਰਹੇ ਆ। ਹਸਤਨਾਪੁਰ ਮਹਿਲਾਂ ਤੋਂ ਜਦੋਂ ਥੋੜੀ ਦੂਰੀ ਤੇ ਰਹਿ ਗਏ ਸ੍ਰੀ ਕ੍ਰਿਸ਼ਨ ਜੀ, ਰਥਵਾਨ ਨੂੰ ਕਹਿ ਦਿੱਤਾ ਵੀ ਤੂੰ ਰਥ ਲੈ ਜਾ ਤੇ ਉੱਥੇ ਦੱਸ ਦੇਈਂ ਦਰਬਾਰ ਦੇ ਵਿੱਚ ਵੀ ਅਸੀਂ ਕੱਲ ਸਵੇਰੇ ਦਰਬਾਰ ਵਿੱਚ ਆਵਾਂਗੇ। ਇਧਰ ਜਿਸ ਰਾਹੇ ਲੰਘਣਾ ਸੀ, ਜਿੱਥੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਰਥਵਾਨ ਨੂੰ ਰਥ ਖਾਲੀ ਤੋਰਿਆ, ਉਥੋਂ ਥੋੜਾ ਜਿਹਾ ਪਿੱਛੇ ਕ੍ਰਿਸ਼ਨ ਜੀ ਜਿੱਥੇ ਉਤਰੇ ਨੇ, ਉਹ ਤੋਂ ਥੋੜਾ ਜਿਹਾ ਅੱਗੇ ਪਿੱਛੇ ਬਿਦਰ ਜੀ ਖੜੇ ਉਡੀਕ ਰਹੇ ਸੀ। ਬਿਦਰ ਜੀ ਉਡੀਕ ਰਹੇ ਸੀ ਵੀ ਇੱਥੋਂ ਭਗਵਾਨ ਜੀ ਲੰਘਣਗੇ, ਮੈਂ ਬੇਨਤੀ ਕਰਾਂਗਾ। ਉਧਰ ਕ੍ਰਿਸ਼ਨ ਜੀ ਮਹਾਰਾਜ ਪਹਿਲੀ ਰਥ ਤੋਂ ਉਤਰ ਕੇ ਪਗਡੰਡੀਆਂ ਤੋਂ ਹੁੰਦੇ ਹੋਏ ਬਿਦਰ ਦੀ ਕੁੱਲੀ ਵਿੱਚ ਪਹੁੰਚ ਜਾਂਦੇ ਆ। ਬਿਦਰ ਦੀ ਪਤਨੀ ਮਹਾਰਾਜ ਦੇ ਦਰਸ਼ਨ ਕਰਦੀ ਆ। ਆਓ ਜੀ ਆਇਆਂ ਨੂੰ, ਮਹਾਰਾਜ ਬੜੀ ਕਿਰਪਾ ਕੀਤੀ, ਸੁਆਮੀ ਜੀ ਤੁਹਾਨੂੰ ਲੈਣ ਵਾਸਤੇ ਗਏ ਹੋਏ ਸੀ। ਪ੍ਰੇਮ ਦੇ ਬੱਝੇ ਹੋਏ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਬੈਠ ਜਾਂਦੇ ਨੇ। ਇਧਰ ਬਿਦਰ ਜੀ ਉਡੀਕ ਦੇ ਵਿੱਚ ਖਲੋਤੇ ਐ। ਇਧਰ ਸਾਧ ਸੰਗਤ ਹੁਣ ਉੱਥੇ ਬਿਦਰ ਦੀ ਪਤਨੀ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਕੇਲੇ ਲੈ ਕੇ ਆਉਂਦੀ ਹੈ ਛਕਣ ਵਾਸਤੇ। ਪਰ ਪ੍ਰੇਮ ਦੇ ਵਿੱਚ ਬੌਰੀ ਹੋਈ ਵਈ ਕਿਵੇਂ ਕਰਦੀ ਹੈ? ਕੇਲੇ ਦੇ ਛਿਲਕੇ ਭਗਵਾਨ ਦੇ ਅੱਗੇ ਨੂੰ ਕਰੀ ਜਾਂਦੀ ਹੈ ਤੇ ਜਿਹੜਾ ਛਕਣ ਵਾਲਾ ਗੁੱਦਾ ਹੇਠਾਂ ਸਿੱਟੀ ਜਾਂਦੀ ਹੈ। ਇਹ ਪ੍ਰੇਮੀ ਦੀ ਅਵਸਥਾ ਹੈ, ਪ੍ਰੇਮ ਦੀ ਅਵਸਥਾ। ਬਹੁਤ ਵੱਡੀ ਗੱਲ ਹੈ, ਗਾਹਾਂ ਦੀ ਗੱਲ ਹੈ। ਕੀ ਛਕਿਆ ਜਾ ਰਿਹਾ, ਕੀ ਛਕਾਇਆ ਜਾ ਰਿਹਾ, ਇਸ ਚੀਜ਼ ਦਾ ਅਭਾਵ ਹੋ ਜਾਵੇ, ਇੰਨਾ ਪ੍ਰੇਮ ਹੋਵੇ ਛਕਣ ਵਾਲੇ ਦਾ ਤੇ ਇੰਨਾ ਪ੍ਰੇਮ ਹੋਵੇ ਛਕਾਉਣ ਵਾਲੇ ਦਾ। ਜੇ ਪਦਾਰਥ ਹੀ ਦੇਖ ਰਹੇ ਹਾਂ ਤੇ ਇਹਦਾ ਮਤਲਬ ਇਹ ਹੈ ਵੀ ਅਜੇ ਪ੍ਰੇਮ ਬਣਿਆ ਨਹੀਂ ਹੈ, ਨਾ ਛਕਾਉਣ ਵਾਲੇ ਦਾ ਨਾ ਛਕਣ ਵਾਲੇ ਦਾ। ਹੁਣ ਬਿਦਰ ਜੀ ਨੇ ਜਿਸ ਵੇਲੇ ਦੇਖਿਆ ਰਥ ਖਾਲੀ ਲੰਘ ਗਿਆ, ਰਥਵਾਨ ਨੂੰ ਪੁੱਛਿਆ ਵੀ ਭਗਵਾਨ ਜੀ ਕਹਿੰਦੇ ਉਹ ਤਾਂ ਪਿੱਛੇ ਹੀ ਉਤਰ ਗਏ। ਅੱਛਾ ਚਲੋ ਬਿਦਰ ਵਾਪਸ ਆ ਗਿਆ। ਪਰ ਜਦ ਆ ਕੇ ਕੁਟੀਆ ਵਿੱਚ ਦੇਖਦਾ ਤਾਂ ਸ੍ਰੀ ਕ੍ਰਿਸ਼ਨ ਮਹਾਰਾਜ ਉੱਥੇ ਬੈਠੇ। ਪਰ ਜਦ ਉਹਨੇ ਆਪਣੀ ਪਤਨੀ ਵੱਲ ਵੇਖਿਆ ਵੀ ਇਹ ਤਾਂ ਕੇਲੇ ਦੇ ਛਿਲਕੇ ਹੀ ਛਕਾਈ ਜਾਂਦੀ ਹੈ ਤੇ ਭਗਵਾਨ ਜੀ ਹੱਸ ਕੇ ਛਕੀ ਜਾਂਦੇ ਨੇ, ਹੱਸ ਕੇ ਛਕੀ ਜਾਂਦੇ ਨੇ। ਤੇ ਉਸ ਵੇਲੇ ਸਾਧ ਸੰਗਤ ਜੀ ਬਿਦਰ ਨੇ ਆਣ ਕੇ ਆਖਿਆ, ਕਹਿੰਦਾ ਭਲੀਏ ਲੋਕੇ ਤੂੰ ਭਗਵਾਨ ਨੂੰ ਕੇਲਿਆਂ ਦੇ ਛਿਲਕੇ ਛਕਾਈ ਜਾਂਦੀ ਆ? ਆਖਿਆ ਓਹੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਭਗਵਾਨ ਜੀ ਤੁਸੀਂ ਵੀ ਨਹੀਂ ਦੱਸਿਆ? ਆਖਿਆ ਨਹੀਂ, ਮੈਨੂੰ ਇਹ ਕੇਲਿਆਂ ਦੇ ਛਿਲਕੇ ਨਹੀਂ ਸੀ ਦਿਸ ਰਹੇ, ਮੈਨੂੰ ਤੇ ਤੁਹਾਡਾ ਦੋਨਾਂ ਦਾ ਪ੍ਰੇਮ ਦਿਸ ਰਿਹਾ ਸੀ। ਮੈਨੂੰ ਛਿਲਕੇ ਨਹੀਂ ਸੀ ਦਿਸ ਰਹੇ, ਮੈਨੂੰ ਤਾਂ ਤੁਹਾਡਾ ਪ੍ਰੇਮ ਦਿਸ ਰਿਹਾ ਸੀ। ਭਗਵਾਨ ਜੀ ਤੁਸੀਂ ਮਹਿਲਾਂ ਤੋਂ ਪਿੱਛੇ ਹੀ ਸਾਡੇ ਗਰੀਬਾਂ ਦੀ ਕੁੱਲੀ ਵਿੱਚ ਆਏ, ਮਹਿਲਾਂ ਨੂੰ ਛੱਡ ਕੇ ਸਾਡੇ ਗਰੀਬਾਂ ਦੇ ਆਏ ਹੋ, ਤੁਹਾਡਾ ਕਿਵੇਂ ਸ਼ੁਕਰਾਨਾ ਕਰੀਏ? ਸਾਡੇ ਕੋਲ ਕੋਈ ਐਸੇ ਪਦਾਰਥ ਨਹੀਂ ਜੋ ਅਸੀਂ ਤੁਹਾਨੂੰ ਤਿਆਰ ਕਰਕੇ ਛਕਾਈਏ। ਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਬਿਦਰ ਅੱਜ ਅਸੀਂ ਤੇਰੇ ਕੋਲ ਰਹਿਣਾ, ਸਾਨੂੰ ਜੋ ਮਰਜ਼ੀ ਛਕਾ ਦੇ, ਅਸੀਂ ਪ੍ਰੇਮ ਨਾਲ ਛਕਾਂਗੇ। ਅੱਜ ਦੀ ਰਾਤ ਅਸੀਂ ਤੇਰੇ ਕੋਲ ਆ, ਅਸੀਂ ਸਵੇਰੇ ਸਭਾ ਦੇ ਵਿੱਚ ਜਾਣਾ ਹੈ। ਕਹਿੰਦੇ ਜੀ ਉਸ ਵੇਲੇ ਫਿਰ ਬਿਦਰ ਨੇ ਆਪਣੀ ਪਤਨੀ ਨੂੰ ਕਿਹਾ ਵੀ ਤੂੰ ਇੱਥੋਂ ਜੋ ਵੀ ਤੈਨੂੰ ਮਿਲਦਾ ਹੈ ਉਹ ਤੋੜ ਕੇ ਤੇ ਸਾਗ ਬਣਾ। ਕਹਿੰਦੇ ਜੀ ਸਾਗ ਰਿੰਨਣਾ ਰੱਖਿਆ, ਪਰ ਕ੍ਰਿਸ਼ਨ ਮਹਾਰਾਜ ਦੇ ਪ੍ਰੇਮ ਦੇ ਵਿੱਚ ਐਸੀ ਸੁੱਧ ਬੁੱਧ ਭੁੱਲੀ ਹੋਈ ਹੈ ਵੀ ਸਾਗ ਦੇ ਵਿੱਚ ਲੂਣ ਪਾਉਣਾ ਹੀ ਚੇਤਾ ਭੁੱਲ ਗਿਆ, ਸਾਗ 'ਚ ਲੂਣ ਨਾ ਪਾਇਆ। ਪਰ ਜਦ ਮਹਾਰਾਜ ਦੇ ਅੱਗੇ ਉਹ ਅਲੂਣਾ ਸਾਗ ਰੱਖਿਆ ਤਾਂ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਜਦ ਉਹ ਸਾਗ ਛਕਿਆ, ਮਹਾਰਾਜ ਕ੍ਰਿਸ਼ਨ ਜੀ ਕਹਿੰਦੇ ਬਿਦਰ ਇੰਨਾ ਸਵਾਦਲਾ ਭੋਜਨ ਤਾਂ ਅਸੀਂ ਅੱਜ ਤਾਈਂ ਕਦੇ ਛਕਿਆ ਹੀ ਨਹੀਂ, ਇੰਨਾ ਸਵਾਦ ਭੋਜਨ ਨਹੀਂ ਅਸੀਂ ਛਕਿਆ, ਐਸਾ ਆਨੰਦ। ਪਰ ਜਦੋਂ ਬਿਦਰ ਜੀ ਨੇ ਗਰਾਹੀ ਲਾ ਕੇ ਦੇਖੀ, ਬਿਦਰ ਜੀ ਨੇ ਛਕਿਆ ਤਾਂ ਉਹਦੇ ਵਿੱਚ ਨਮਕ ਹੈ ਨਹੀਂ ਸੀ। ਤੇ ਆਪਣੀ ਪਤਨੀ ਨੂੰ ਕਹਿੰਦਾ ਭਲੀਏ ਲੋਕੇ ਵੀ ਤੈਂ ਇਹਦੇ ਵਿੱਚ ਲੂਣ ਨਹੀਂ ਪਾਇਆ? ਕਹਿੰਦੀ ਮੈਨੂੰ ਪਤਾ ਹੀ ਨਹੀਂ ਲੱਗਿਆ, ਮੇਰੀ ਸੁੱਧ ਬੁੱਧ ਹੀ ਨਹੀਂ।
ਹੁਣ ਦੋਨੋਂ ਜਣੇ ਸਦਕੇ ਜਾਂਦੇ ਨੇ, ਬਲਿਹਾਰ ਜਾਂਦੇ ਨੇ। ਤੇ ਸਾਧ ਸੰਗਤ ਜੀ, ਪਰਮਾਤਮਾ ਜਿਹੜਾ ਨਾ ਜੀ, ਵਾਹਿਗੁਰੂ ਜਿਹੜਾ ਹੈ, ਉਹ ਗਰੀਬ ਨਵਾਜ ਹੈ। ਕੋਈ ਪਰਖ ਕਰਕੇ ਵੇਖ ਲਵੇ, ਉਹ ਮਿਲਦਾ ਹੀ ਇਦਾਂ ਹੈ। ਜਿਹੜਾ ਛੋਟਾ ਬਣ ਜਾਏ ਨਾ, ਜਿਹੜਾ ਗਰੀਬ ਬਣ ਜਾਏ, ਉਹ ਮਿਲਦਾ ਹੀ ਉਹਨੂੰ ਹੈ। ਕੀ ਲੈਣਾ ਵੱਡਿਆਂ ਬਣ ਕੇ। ਆਪਾਂ ਵੱਡੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਸਾਡਾ ਨਾਮ ਹੋਵੇ, ਅਸੀਂ ਵੱਡੇ ਬਣ ਜਾਈਏ। ਨਹੀਂ, ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਏ। ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਏ। ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਏ। ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਏ। ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਏ। ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਏ। ਰੱਬ ਤਾਂ ਮਿਲਦਾ ਗਰੀਬੀ ਦਾ ਵੇ, ਮਿਲਦਾ ਗਰੀਬੀ ਦਾ ਵੇ, ਮਿਲਦਾ ਗਰੀਬੀ ਦਾ ਵੇ, ਮਿਲਦਾ ਗਰੀਬੀ ਦਾ ਵੇ। ਰੱਬ ਤਾਂ ਮਿਲਦਾ ਗਰੀਬੀ ਦਾ ਵੇ, ਰੱਬ ਤਾਂ ਮਿਲਦਾ ਗਰੀਬੀ ਦਾ ਵੇ। ਦੁਨੀਆ ਮਾਣ ਕਰਦੀ ਏ, ਮਿਲਦਾ ਗਰੀਬੀ ਦਾ ਵੇ, ਦੁਨੀਆ ਮਾਣ ਕਰਦੀ ਏ। ਰੱਬ ਤਾਂ ਮਿਲਦਾ ਗਰੀਬੀ ਦਾ ਵੇ, ਦੁਨੀਆ ਮਾਣ ਕਰਦੀ ਏ। ਰੱਬ ਤਾਂ ਮਿਲਦਾ ਗਰੀਬੀ ਦਾ ਵੇ, ਦੁਨੀਆ ਮਾਣ ਕਰਦੀ ਏ। ਰੱਬ ਤਾਂ ਮਿਲਦਾ ਗਰੀਬੀ ਦਾ ਵੇ, ਦੁਨੀਆ ਮਾਣ ਕਰਦੀ ਏ। ਰੱਬ ਦਾ ਮਿਲਦਾ ਗਰੀਬੀ ਦਾ ਵੇ, ਦੁਨੀਆ ਮਾਣ ਕਰਦੀ ਏ। ਛੋਟੇ ਬਣਿਆ ਤੇ ਰੱਬ ਤਾਂ ਮਿਲਦਾ ਉਹਦੀ ਖੁਸ਼ੀ ਤੇ, ਗਰੀਬ ਬਣਿਆ ਤੇ ਨਿੱਕੇ ਬਣਿਆ ਤੇ ਮਿਲਦੀ। ਤੇ ਆਪਾਂ ਵੱਡੇ ਬਣਦੇ ਆ, ਗੁਰੂ ਘਰਾਂ ਦੇ ਵਿੱਚ ਆ ਕੇ ਵੀ ਕਈ ਵਾਰੀ ਕਹਿੰਦੇ ਆ, ਅਸੀਂ ਇੰਨੀ ਮਾਇਆ ਦਿੱਤੀ ਹੈ ਜੀ, ਸਾਡਾ ਨਾਮ ਲਿਓ। ਆਪਣੇ ਨਾਮਾਂ ਦੇ ਪੱਥਰ ਵੀ ਲਗਵਾਉਂਦੇ ਆ ਗੁਰਦੁਆਰਿਆਂ ਦੇ ਵਿੱਚ। ਵੇਖਿਆ ਨਹੀਂ ਤੁਸੀਂ ਜੀ, ਫਲਾਨਾ ਸਿੰਘ ਸਨ ਆਫ ਫਲਾਨਾ ਸਿੰਘ, ਪਿੰਡ ਫਲਾਨਾ, ਇੰਨਾ ਪੈਸਾ ਸੇਵਾ ਦਿੱਤੀ। ਤੇ ਫਿਰ ਜਦੋਂ ਵੀ ਉੱਥੇ ਆਉਂਦੇ ਨੇ, ਉਹ ਨਾਮ ਦੀਆਂ ਪਲੇਟਾਂ ਲੱਗੀਆਂ ਹੋਈਆਂ ਲੱਭਦੇ ਨੇ ਵੀ ਸਾਡੇ ਨਾਮ ਦੀ ਪਲੇਟ ਇਹਨਾਂ ਨੇ ਕਿਤੇ ਲਾਹ ਤਾਂ ਨਹੀਂ ਦਿੱਤੀ। ਗੁਰੂ ਘਰ ਆਪਾਂ ਆਉਂਦੇ ਆ ਜੀ, ਵੱਡੇ ਬਣਨ ਵਾਸਤੇ ਆਉਂਦੇ, ਆਪਣਾ ਨਾਮ ਲੱਭਦੇ ਆ ਜੀ, ਗੁਰੂ ਦਾ ਨਾਮ ਤੇ ਆਪਾਂ ਲੱਭਦੇ ਹੀ ਨਹੀਂ। ਜੇ ਛੋਟੇ ਬਣਨਾ ਆ ਜਾਏ, ਗਰੀਬ ਬਣਨਾ ਆ ਜਾਏ ਨਾ, ਤੇ ਫਿਰ ਗੁਰਮੁਖੋ ਜਿਹੜਾ ਆਪਣੇ ਆਪ ਨੂੰ ਨੀਵਾਂ ਗਿਣਦਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਮੇਰਾ ਤਾਂ ਹੈ ਹੀ ਨਹੀਂ ਮਾਲਕਾ, ਇਹ ਜੋ ਵੀ ਹੈ ਤੇਰਾ ਹੈ। ਉਹਨਾਂ ਨੂੰ ਫਿਰ ਉਹਦੀ ਖੁਸ਼ੀ ਮਿਲਦੀ ਹੈ, ਉਹਦਾ ਮਿਲਾਪ ਹੋ ਜਾਂਦਾ ਹੈ। ਖੈਰ ਉਹ ਵਿਚਾਰ ਤੇ ਸਾਰੀ ਰਾਤ ਕਹਿੰਦੇ ਜੀ ਬਿਦਰ ਤੇ ਉਹਦੀ ਘਰਵਾਲੀ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਚਰਨ ਦਬਾਉਂਦੇ ਰਹੇ ਤੇ ਮਹਾਰਾਜ ਦੇ ਗੁਣ ਗਾਉਂਦੇ ਰਹੇ। ਸਵੇਰ ਹੋਈ ਤੇ ਸਵੇਰ ਨੂੰ ਦੁਰਯੋਧਨ ਦੀ ਸਭਾ ਦੇ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਆਏ। ਉਸ ਵੇਲੇ ਹੋਰ ਗੱਲਾਂ ਬਾਤਾਂ ਤੇ ਕਰਨਾ ਜੋ ਮਹਾਰਾਜ ਨੇ ਕਰਨੀਆਂ ਸੀ ਕੀਤੀਆਂ, ਪਰ ਦੁਰਯੋਧਨ ਇੱਕ ਗੱਲੋਂ ਬੜਾ ਗੁੱਸੇ ਹੈ, ਕ੍ਰੋਧ ਵਿੱਚ ਹੈ, ਰੁੱਖਾ ਰੁੱਖਾ ਬੋਲਦਾ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ, ਦੁਰਯੋਧਨ ਕੀ ਗੱਲ ਹੈ, ਤੂੰ ਸਾਡੇ ਨਾਲ ਬੜਾ ਰੁੱਖਾ ਬੋਲਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਜੀ ਇਹ ਸਾਰਾ ਉਸ ਵੇਲੇ ਦਾ ਸਮਾਂ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਆਇਆ ਸੁਣਿਆ ਬਿਦਰ ਦੇ, ਬੋਲਿਆ ਦੁਰਯੋਧਨ ਹੋਏ ਰੁੱਖਾ। ਕਿਉਂ ਰੁੱਖਾ ਬੋਲਦਾ ਹੈ? ਕਿਉਂਕਿ ਉਹਨੇ ਸੁਣਿਆ
ਵੀ ਕ੍ਰਿਸ਼ਨ ਜੀ ਆਏ ਹੋਏ ਕੱਲ੍ਹ ਦੇ ਨੇ, ਪਰ ਰਾਤ ਇਹ ਬਿਦਰ ਦੀ ਕੁੱਲੀ ਵਿੱਚ ਰਹੇ ਹੈ। ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ। ਕਹਿੰਦੇ ਸਾਡਾ ਘਰ ਛੱਡ ਕੇ ਤੇ ਸਾਡੇ ਸੇਵਕ ਦੇ ਗੋਲੇ ਦੇ ਘਰ, ਦਾਸ ਦੇ ਘਰ ਜਾ ਕੇ ਕਿਹੜਾ ਸੁੱਖ ਪ੍ਰਾਪਤ ਕੀਤਾ। ਜੇ ਮਹਿਲਾਂ ਵਿੱਚ ਨਹੀਂ ਸੀ ਆਉਣਾ, ਭੀਖਮ ਦਰੋਣਾ ਕਰਨ ਤਜ। ਸਭਾ ਸਿਗਾਰ ਵੱਡੇ ਮਨੁੱਖਾ, ਵੱਡੇ ਵੱਡੇ ਜਿਹੜੇ ਸਭਾ ਦੇ ਵਿੱਚ ਬੈਠੇ ਨੇ, ਭੀਸ਼ਮ ਜੀ ਬੈਠੇ ਨੇ, ਦਰੋਣਾਚਾਰੀਆ ਜੀ ਬੈਠੇ ਨੇ, ਕਰਨ ਬੈਠਾ ਹੈ। ਸਭਾ ਦਾ ਸ਼ਿੰਗਾਰ ਨੇ ਇਹ ਲੋਕ, ਵੱਡੇ ਵੱਡੇ ਆਦਮੀ। ਜੇ ਜਾਣਾ ਸੀ ਇਹਨਾਂ ਦੇ ਕਿਸੇ ਵਿੱਚੋਂ, ਇਹਨਾਂ ਚੋਂ ਕਿਸੇ ਦੇ ਮਹਿਲਾਂ ਵਿੱਚ ਚਲੇ ਜਾਂਦੇ, ਜੇ ਮੇਰੇ ਕੋਲ ਨਹੀਂ ਸੀ ਆਉਣਾ। ਝੁੰਗੀ ਜਾਏ ਬੁਲਾਏ ਓਨ, ਸਭਨਾਂ ਦੇ ਜੀ ਅੰਦਰ ਧੁੱਖਾ। ਤੁਸੀਂ ਉਸ ਝੁੱਗੀ ਦੇ ਵਿੱਚ ਜਾ ਕੇ ਬੈਠ ਗਏ। ਇਹ ਸਾਰਿਆਂ ਦੇ ਮਨਾਂ ਦੇ ਵਿੱਚ ਕਿਵੇਂ ਧੁਖੀ ਲੱਗੀ ਹੋਈ ਸੀ ਵੀ ਉਸ ਕੁੱਲੀ ਦੇ ਵਿੱਚ ਤੁਹਾਨੂੰ ਕੀ ਸੁੱਖ ਮਿਲਿਆ ਹੋਊਗਾ, ਉਸ ਝੁੱਗੀ ਦੇ ਵਿੱਚ ਤੁਸੀਂ ਕਿਹੜਾ ਆਨੰਦ ਮਾਣਿਆ ਹੋਏਗਾ। ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ। ਅੱਗਿਓਂ ਭਗਵਾਨ ਜੀ ਹੱਸ ਕੇ ਬੋਲਦੇ ਨੇ, ਸੁਣ ਓਏ ਰਾਜਨਾ, ਤੇਰੇ ਭਾਉ ਨਾ ਦਿਸਈ, ਮੇਰੇ ਨਾਹੀ ਆਪਦਾ ਦੁੱਖਾ। ਮੈਨੂੰ ਤੇਰੇ ਵਿੱਚ ਉਹ ਪ੍ਰੇਮ ਦਿਸਿਆ ਹੀ ਨਹੀਂ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਵੀ ਨਾ ਜੀ ਇਹ ਸਾਰੀ ਘਟਨਾ ਜ਼ਿਕਰ ਕੀਤਾ ਹੈ ਆਪਣੀ ਬਾਣੀ ਦੇ ਵਿੱਚ। ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ ਸੀ, ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ ਸੀ। ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ ਸੀ। ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ। ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ ਸੀ। ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ ਸੀ। ਸਾਨੂੰ ਲੱਗਦੇ ਪਿਤਰ ਜੀ ਪਿਆਰੇ, 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 ਲੱਗਦੇ ਪਿਤਰ ਜੀ ਪਿਆਰੇ, ਲੱਗਦੇ ਪਿਤਰ ਜੀ ਪਿਆਰੇ, ਸਾਨੂੰ ਲੱਗਦੇ ਪਿਤਰ ਜੀ ਪਿਆਰੇ, ਲੱਗਦੇ ਪਿਤਰ ਜੀ ਪਿਆਰੇ, ਲੱਗਦੇ ਪਿਤਰ ਜੀ ਪਿਆਰੇ, ਲੱਗਦੇ ਪਿਤਰ ਜੀ ਪਿਆਰੇ। ਰਾਜਨਾ ਤੇਰੇ ਅਸੀਂ ਕਾਹਨੂੰ ਆਉਣਾ ਸੀ। 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 ਖਿੱਚਾਂ ਬਿਦਰ ਦੇ ਪ੍ਰੇਮ ਨੇ ਸੀ ਪਾਈਆਂ, ਤੇਰੇ ਕਿਹੜਾ ਆਵੇ ਰਾਜਨਾ। ਖਿੱਚਾਂ ਬਿਦਰ ਦੇ ਪ੍ਰੇਮ ਨੇ ਸੀ ਪਾਈਆਂ, ਤੇਰੇ ਕਿਹੜਾ ਆਵੇ ਰਾਜਨਾ। ਖਿੱਚਾਂ ਬਿਦਰ ਦੇ ਪ੍ਰੇਮ ਨੇ ਸੀ ਪਾਈਆਂ, ਤੇਰੇ ਕਿਹੜਾ ਆਵੇ ਰਾਜਨਾ। ਖਿੱਚਾਂ ਬਿਦਰ ਦੇ ਪ੍ਰੇਮ ਨੇ ਸੀ ਪਾਈਆਂ, ਤੇਰੇ ਕਿਹੜਾ ਆਵੇ ਰਾਜਨਾ। ਖਿੱਚਾਂ ਬਿਦਰ ਦੇ ਪ੍ਰੇਮ ਨੇ ਸੀ ਪਾਈਆਂ, ਤੇਰੇ ਕਿਹੜਾ ਆਵੇ ਰਾਜਨਾ। ਖਿੱਚਾਂ ਬਿਦਰ ਦੇ ਪ੍ਰੇਮ ਨੇ ਸੀ ਪਾਈਆਂ, ਤੇਰੇ ਕਿਹੜਾ ਆਵੇ ਰਾਜਨਾ। ਰਾਜਨ ਤੇਰੇ ਕੌਣ ਆਵੇ। ਕਬੀਰ ਸਾਹਿਬ ਜੀ ਲਿਖਦੇ ਨੇ, ਰਾਜਨ ਕੌਣ ਤੁਮਾਰੇ ਆਵੇ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ।
ਕਹਿੰਦੇ ਐਦਾਂ ਦਾ ਪ੍ਰੇਮ ਵੇਖਿਆ ਬਿਦਰ ਦਾ, ਉਹਦੇ ਪ੍ਰੇਮ ਦਾ ਸਦਕਾ ਮੈਨੂੰ, ਠੀਕ ਹੈ ਤੁਹਾਡੀ ਨਿਗਾਹ ਦੇ ਵਿੱਚ ਉਹ ਗਰੀਬ ਹੈ, ਪਰ ਮੈਨੂੰ ਉਹ ਗਰੀਬ ਵੀ ਚੰਗਾ ਲੱਗਦਾ ਕਿਉਂਕਿ ਉਹਨੇ ਮੇਰੇ ਨਾਲ ਪ੍ਰੇਮ ਤਾਂ ਕੀਤਾ ਨਾ। ਤੈਨੂੰ ਤੇ ਇੱਕੋ ਹੀ ਗੱਲ ਸਤਾਈ ਜਾਂਦੀ ਸੀ ਵੀ ਜੇ ਮੈਂ ਤੇਰੀ ਸਭਾ ਦੇ ਵਿੱਚ ਆ ਗਿਆ ਤੇ ਤੈਨੂੰ ਉੱਠ ਕੇ ਖੜੇ ਹੋਣਾ ਪੈਣਾ, ਮੇਰਾ ਸਤਿਕਾਰ ਕਰਨਾ ਪੈਣਾ। ਤੇ ਉਸ ਵੇਲੇ ਦੁਰਯੋਧਨ ਕਹਿੰਦਾ ਰਿਹਾ ਨਾ ਉਹੀ ਬਸ ਗਵਾਲੇ ਦਾ ਗਵਾਲਾ, ਕੱਖਾਂ ਦੀ ਕੁੱਲੀ ਵਿੱਚ ਕਿਹੜਾ ਸੁੱਖ ਲਿਆ ਤੈਂ, ਕੱਖਾਂ ਦੀ ਕੁੱਲੀ ਵਿੱਚ ਤੈਨੂੰ ਕਿਹੜਾ ਆਨੰਦ ਪ੍ਰਾਪਤ ਹੋਇਆ। ਕ੍ਰਿਸ਼ਨ ਮਹਾਰਾਜ ਕਹਿੰਦੇ ਤੂੰ ਆਪਣੀ ਹਸਤੀ ਦੇਖ ਕੇ ਆਪਣੇ ਆਪ ਨੂੰ ਭੁੱਲ ਰਿਹਾ ਹੈ। ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ। ਤੈਨੂੰ ਰੱਬ ਭੁੱਲਿਆ ਹੋਇਆ ਹੈ। ਤੂੰ ਆਪਣੀ ਹਸਤੀ, ਆਪਣੇ ਸਿੰਘਾਸਣ ਨੂੰ ਵੇਖ ਕੇ, ਆਪਣੇ ਰਾਜ ਨੂੰ ਵੇਖ ਕੇ ਰੱਬ ਭੁੱਲੀ ਬੈਠਾ ਹੈ। ਰੱਬ ਨੂੰ ਤੈਂ ਭੁੱਲਿਆ ਹੋਇਆ, ਤੂੰ ਆਪਣੇ ਆਪ ਨੂੰ ਰੱਬ ਮੰਨੀ ਬੈਠਾ ਹੈ। ਤੇ ਜਿੱਥੇ ਤੱਕ ਗੱਲ ਰਹੀ ਬਿਦਰ ਦੀ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਇੱਕ ਪਾਸੇ ਤੇਰੇ ਮਹਿਲਾਂ ਦਾ ਦੁੱਧ ਹੈ ਤੇ ਦੂਜੇ ਪਾਸੇ ਬਿਦਰ ਦੀ ਕੁੱਲੀ ਦਾ ਪਾਣੀ ਹੈ। ਕਹਿੰਦੇ ਤੇਰੇ ਦੁੱਧ ਦੇ ਨਾਲੋਂ ਬਿਦਰ ਦਾ ਪਾਣੀ ਮੈਨੂੰ ਅੰਮ੍ਰਿਤ ਵਰਗਾ ਦਿਸਦਾ ਹੈ। ਉਹ ਪਾਣੀ ਮੈਨੂੰ ਅੰਮ੍ਰਿਤ ਵਰਗਾ ਦਿਸਦਾ ਹੈ। ਕੀ ਛਕਿਆ ਉੱਥੇ ਜੇ ਇਹ ਪੁੱਛਦਾ ਤਾਂ ਫਿਰ ਸੁਣ। ਦੁਰਯੋਧਨ ਕਹਿੰਦਾ ਅਸੀਂ ਇੱਥੇ ਤੁਹਾਡੇ ਵਾਸਤੇ ਇੰਨੇ ਪਦਾਰਥ, ਇੱਦਾਂ ਦੀਆਂ ਖੀਰਾਂ ਬਣਵਾਈਆਂ ਸੀ ਮੇਵੇ ਪਾ ਕੇ। ਕਹਿੰਦੇ ਤੂੰ ਖੀਰ ਦੀ ਗੱਲ ਕਰਦਾ, ਸੁਣ ਮੈਂ ਉੱਥੇ ਕੀ ਛਕਿਆ। ਖੀਰ ਸਮਾਨ ਸਾਗ ਮੈਂ ਪਾਇਆ। ਜਿਹੜਾ ਸਾਗ ਛਕਿਆ ਨਾ ਮੈਂ ਬਿਦਰ ਦੇ ਕੋਲੇ, ਤੇਰੀ ਖੀਰ ਉਹਦੇ ਮੁਕਾਬਲੇ ਕੁਛ ਵੀ ਨਹੀਂ। ਤੇਰੀ ਖੀਰ ਕੀ ਉਹਦੇ ਸਾਹਮਣੇ, ਜਿਹਾ ਜਿਹਾ ਸਾਗ ਮੈਨੂੰ ਬਿਦਰ ਨੇ ਛਕਾਇਆ। ਤੇਰੇ ਮਹਿਲਾਂ ਦੇ ਵਿੱਚ ਜੇ ਮੈਨੂੰ ਚੰਗੇ ਪਦਾਰਥ ਖਾਣ ਨੂੰ ਮਿਲ ਜਾਂਦੇ, ਉਹ ਪਦਾਰਥ ਛਕ ਕੇ ਤੈਂ ਸਾਰੀ ਰਾਤ ਸਾਡੇ ਕੋਲ ਬੈਠ ਕੇ ਪ੍ਰਮਾਤਮਾ ਦੇ ਗੁਣ ਤਾਂ ਨਹੀਂ ਸੀ ਗਾਉਣੇ, ਤੈਂ ਆਪਣੇ ਕਕਸ਼ ਦੇ ਵਿੱਚ ਜਾ ਕੇ ਸੌਂ ਜਾਣਾ ਸੀ। ਪਰ ਦੇਖ ਬਿਦਰ ਦੀ ਕੁੱਲੀ ਦੇ ਵਿੱਚ ਮੈਂ ਗਿਆ ਨਾ, ਬਿਦਰ ਸਾਰੀ ਰਾਤ ਨਹੀਂ ਸੁੱਤਾ। ਬਿਦਰ ਤੇ ਉਹਦੀ ਪਤਨੀ ਗੁਣ ਗਾਵਤ ਰਹਿਣ ਬਿਹਾਨੀ ਸਾਰੀ ਰਾਤ ਮੇਰੇ ਕੋਲ ਬੈਠੇ ਰਹੇ ਤੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੇ। ਸਾਰੀ ਰਾਤ ਨਹੀਂ ਮੇਰੇ ਕੋਲੋਂ ਉੱਠ ਕੇ ਗਏ, ਸਾਰੀ ਰਾਤ ਮੇਰੇ ਕੋਲ ਬੈਠ ਕੇ ਹਰੀ ਦੇ ਗੁਣ ਗਾਉਂਦੇ ਰਹੇ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਬੀਰ ਸਾਹਿਬ ਜੀ ਕਹਿੰਦੇ ਇਹ ਪਰਮਾਤਮਾ ਦਾ ਬਿਰਦ ਹੈ। ਉਹਦੇ ਲਈ ਗਰੀਬ ਅਮੀਰ, ਜਾਤ ਪਾਤ, ਧਰਮ ਮਜ਼ਹਬ, ਉਹਦੇ ਲਈ ਕੋਈ ਇਹ ਗੱਲ ਨਹੀਂ ਮੈਂ ਨਾ ਰਖਾਉਂਦੀ। ਉਹ ਕਿਸੇ ਦੀ ਜਾਤ ਨੂੰ ਨਹੀਂ ਮੰਨਦਾ। ਉਹਦੀ ਨਿਗਾਹ ਦੇ ਵਿੱਚ ਤੇ ਬਸ ਇੱਕ ਪ੍ਰੇਮ ਦਾ ਹੀ ਮੁੱਲ ਪੈਂਦਾ ਹੈ। ਜੀ ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ। ਕੋਈ ਦੇਖ ਲਵੇ ਅਜਮਾ ਕੇ, ਦੇਖ ਲਵੇ ਅਜਮਾ ਕੇ, ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਦੇਖ ਲਵੇ ਅਜਮਾ ਕੇ, ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਕੋਈ ਦੇਖ ਲਵੇ ਅਜਮਾ ਕੇ, ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਉਹ ਰਾਜੇ ਦੇ ਮਹਿਲਾਂ ਨੂੰ ਛੱਡ ਕੇ, 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 ਰਾਜੇ ਦੇ ਮਹਿਲਾਂ ਨੂੰ ਛੱਡ ਕੇ। ਬਹਿ ਗਿਆ ਕੁੱਲੀ ਵਿੱਚ ਆ ਕੇ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ। ਕੋਈ ਦੇਖ ਲਵੇ ਅਜਮਾ ਕੇ, ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ
ਗਰੀਬਾਂ ਦਾ। ਕੋਈ ਦੇਖ ਲਵੇ ਅਜਮਾ ਕੇ ਸਤਿਗੁਰ ਯਾਰ ਗਰੀਬਾਂ ਦਾ। ਮੇਰਾ ਸਤਿਗੁਰ ਯਾਰ ਗਰੀਬਾਂ ਦਾ। ਇਸੇ ਤਰ੍ਹਾਂ ਦੀ ਇੱਕ ਘਟਨਾ ਦੁਆਪਰ ਯੁੱਗ ਦੀ ਹੈ ਸ੍ਰੀ ਰਾਮਚੰਦਰ ਮਹਾਰਾਜ ਦੀ। ਦੁਆਪਰ ਯੁੱਗ ਦੇ ਵਿੱਚ ਇੱਕ ਇਦਾਂ ਦੀ ਪ੍ਰੇਮ ਵਾਲੀ ਬੀਬੀ ਹੋਈ ਹੈ ਜੀ, ਉਹਦਾ ਨਾਮ, ਵੈਸੇ ਨਾਮ ਤਾਂ ਉਹਦਾ ਸ਼ਬਰੀ ਸੀ, ਪਰ ਜ਼ਿਆਦਾ ਉਹਦਾ ਨਾਮ ਮਸ਼ਹੂਰ ਭੀਲਣੀ ਹੋਇਆ। ਭੀਲ ਜਾਤੀ ਦੇ ਵਿੱਚੋਂ ਸੀ। ਭੀਲ ਜਾਤੀ ਹੈ ਇੱਕ ਪਰਮੇਸ਼ਰ ਦੀ ਖੇਡ ਕੋਈ ਐਸੀ ਵਰਤੀ ਵੀ ਪਹਿਲਾਂ ਤੋਂ ਲੈ ਕੇ ਉਹਨੂੰ ਪਰਮਾਤਮਾ ਨੇ ਸੁੰਦਰ ਸਰੂਪ ਨਹੀਂ ਬਖਸ਼ਿਆ। ਸੁੰਦਰ ਸਰੂਪ ਨਹੀਂ ਸੀ ਉਸ ਦਾ, ਰੰਗ ਦੀ ਕਾਲੀ ਤੇ ਸਾਧ ਸੰਗਤ ਕਰੂਪ ਜਿਹਾ ਚਿਹਰਾ। ਇਸ ਦੀ ਸ਼ਾਦੀ ਹੋਈ, ਪਰ ਜਦੋਂ ਇਸ ਦੇ ਪਤੀ ਨੇ ਇਹਦਾ ਚਿਹਰਾ ਵੇਖਿਆ ਤੇ ਉਹਨੇ ਥੋੜੇ ਦਿਨਾਂ ਬਾਅਦ ਹੀ ਇਹਨੂੰ ਛੱਡ ਦਿੱਤਾ। ਛੱਡਿਆ ਵੀ ਕਿਵੇਂ? ਜੰਗਲ ਦੇ ਵਿੱਚ ਰੋਂਦੀ ਰਹੀ, ਭਟਕਦੀ ਰਹੀ, ਪਰ ਅਖੀਰ ਇਹਦੇ ਮਨ ਨੂੰ ਧਰਵਾਸ ਆ ਗਿਆ ਵੀ ਇੱਕ ਪਰਮਾਤਮਾ ਤੋਂ ਬਿਨਾਂ ਤੇਰਾ ਕੋਈ ਸਾਥੀ ਨਹੀਂ ਹੈ। ਬਸ ਇਹ ਪਰਮਾਤਮਾ ਦਾ ਭਜਨ ਗਾਉਂਦੀ ਰਹੀ, ਸਿਮਰਨ ਕਰਦੀ ਰਹੀ। ਇੱਕ ਮਤੰਗ ਰਿਸ਼ੀ ਹੋਏ ਨੇ ਜੀ ਦੁਆਪਰ ਯੁੱਗ ਦੇ ਵਿੱਚ, ਮਤੰਗ ਰਿਸ਼ੀ। ਉਹ ਰਿਸ਼ੀ ਜੀ ਮਿਲੇ ਇਸ ਨੂੰ, ਮਤੰਗ ਰਿਸ਼ੀ ਜੀ ਮਿਲੇ। ਬੇਸ਼ੱਕ ਉਸ ਵੇਲੇ ਜਾਤਾਂ ਪਾਤਾਂ ਦਾ ਬਹੁਤ ਬੋਲਬਾਲਾ ਸੀ, ਬਹੁਤ ਸਿਖਰਾਂ ਤੇ ਸੀ ਕੰਮ ਇਹ, ਪਰ ਇਹ ਜਿਹੜੇ ਮਤੰਗ ਰਿਸ਼ੀ ਜੀ ਸਨ, ਇਹਨਾਂ ਦੇ ਮਨ ਦੇ ਵਿੱਚ ਬਿਲਕੁਲ ਇਸ ਚੀਜ਼ ਦਾ ਕੋਈ ਖਿਆਲ ਨਹੀਂ ਸੀ, ਬਿਲਕੁਲ ਨਹੀਂ ਸੀ। ਉਹ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਵੀ ਵੇਖਦੇ ਸੀ, ਕੋਈ ਖਿਆਲ ਨਹੀਂ ਸੀ ਇਦਾਂ ਦਾ। ਤੇ ਹੁਣ ਗੁਰਮੁਖੋ ਹੋਇਆ ਕਿ ਮਤੰਗ ਰਿਸ਼ੀ ਨੇ ਇਹਨੂੰ ਰਾਮ ਰਾਮ ਦਾ ਸਿਮਰਨ ਕਰਨਾ ਦੱਸਿਆ, ਤੇ ਦੱਸਿਆ ਵੀ ਇਸ ਵੇਲੇ ਮੌਕੇ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਮਹਾਰਾਜ ਹਨ, ਤੂੰ ਉਹਨਾਂ ਨੂੰ ਯਾਦ ਕਰਿਆ ਕਰ। ਤੇ ਪੰਪਾਸਰ ਤੀਰਥ ਤੇ ਆਲੇ ਦੁਆਲੇ ਰਿਸ਼ੀਆਂ ਦੇ ਆਸ਼ਰਮ ਸਨ। ਇਹਨੂੰ ਕਿਹਾ ਵੀ ਤੂੰ ਉਸ ਤੀਰਥ ਤੇ ਜਾ ਕੇ ਆਪਣਾ ਨਿਵਾਸ ਕਰ ਲੈ, ਸੰਤਾਂ ਦੀ ਸੇਵਾ ਕਰਿਆ ਕਰ। ਹੁਣ ਉੱਥੇ ਆਸ਼ਰਮ ਕਿੰਨੇ ਰਿਸ਼ੀਆਂ ਦੇ, ਸੰਨਿਆਸੀਆਂ ਦੇ, ਹੋਰ ਨਾਂਗੇ, ਕਈ ਤਰ੍ਹਾਂ ਦੇ ਜਿੱਦਾਂ ਜਿੱਦਾਂ ਦੀਆਂ ਕਿਸੇ ਦੀਆਂ ਸੰਪਰਦਾਵਾਂ ਸਨ। ਤੇ ਗੁਰਮੁਖੋ ਹੁਣ ਉੱਥੇ ਇਹ ਰਹਿਣ ਲੱਗ ਪਈ ਤੇ ਇਹ ਕੋਸ਼ਿਸ਼ ਕਰੇ ਵੀ ਮਹਾਂਪੁਰਖਾਂ ਦੇ ਆਸ਼ਰਮਾਂ ਦੇ ਵਿੱਚ ਲੰਗਰ ਦੇ ਜੂਠੇ ਭਾਂਡੇ ਮਾਂਜ ਦੇਵਾਂ। ਪਰ ਉਹ ਹੁਣ ਜਿਹੜੇ ਜਾਤ ਅਭਿਮਾਨੀ ਵਿੱਚੋਂ ਆਪਣੇ ਆਪ ਨੂੰ ਉੱਚਾ ਸਮਝਣ ਵਾਲੇ, ਉਹ ਇਹਨੂੰ ਨੇੜੇ ਨਾ ਲੱਗਣ ਦੇਣ। ਇੱਕ ਦਿਨ ਐਸਾ ਹੋਇਆ, ਇੱਕ ਆਸ਼ਰਮ ਵਾਲਿਆਂ ਨੇ ਇਸ ਸ਼ਬਰੀ ਨੂੰ ਬਹੁਤ ਕੁੱਟਿਆ, ਬਹੁਤ ਕੁੱਟਿਆ। ਤੇ ਸਾਧ ਸੰਗਤ ਜੀ ਮਤੰਗ ਰਿਸ਼ੀ ਨੂੰ ਜਦੋਂ ਪਤਾ ਲੱਗਿਆ, ਉਹ ਇਹਨੂੰ ਵੱਜੀ ਹੋਈ ਨੂੰ ਛੁਡਾ ਕੇ ਲੈ ਕੇ ਗਏ। ਕਹਿੰਦੇ ਬੇਟਾ ਤੂੰ ਇਹਨਾਂ ਦੇ ਕਿਸੇ ਦੇ ਆਸ਼ਰਮ ਦੇ ਵਿੱਚ ਨਹੀਂ ਜਾਣਾ, ਬਿਲਕੁਲ ਨਹੀਂ ਜਾਣਾ। ਤੂੰ ਆਪਣੇ ਤਰੀਕੇ ਨਾਲ ਸੇਵਾ ਕਰ, ਸਿਮਰਨ ਕਰ, ਇਹਨਾਂ ਦੇ ਆਸ਼ਰਮਾਂ ਦੇ ਵਿੱਚ ਜਾਣ ਦੀ ਤੈਨੂੰ ਕੋਈ ਲੋੜ ਨਹੀਂ ਹੈ। ਕਹਿੰਦੇ ਜੀ ਉਹ ਸ਼ਬਰੀ ਨੇ ਫਿਰ ਹੁਣ ਕੀ ਕੀਤਾ ਵੀ ਪੰਪਾਸਰ ਤੀਰਥ ਨੂੰ ਜਿਹੜਾ ਰਸਤਾ ਜਾਂਦਾ ਸੀ ਨਾ, ਇਹਨੇ ਉਹਨਾਂ ਰਿਸ਼ੀਆਂ ਦੇ ਆਉਣ ਤੋਂ ਪਹਿਲਾਂ ਤੋਂ ਇਸ਼ਨਾਨ ਕਰਨ ਜਾਂਦੇ ਸੀ ਉਧਰ ਨੂੰ ਪੰਪਾਸਰ ਤੀਰਥ ਤੇ ਇਹਨੇ ਨਾ ਉੱਥੇ ਝਾੜੂ ਦੇ ਦੇਣਾ, ਝਾੜੂ। ਇੱਕ ਦਿਨ ਇਹ ਅਜੇ ਝਾੜੂ ਦੇ ਰਹੀ ਸੀ, ਉੱਥੋਂ ਜਾਣ ਲੱਗੀ, ਝਾੜੂ ਫੜ ਕੇ ਵਾਪਸ ਤੁਰੀ ਸੀ ਤੇ ਇੱਕ ਜਾਤ ਅਭਿਮਾਨੀ ਹੰਕਾਰੀ ਰਿਸ਼ੀ ਉੱਥੇ ਆ ਗਿਆ। ਉਹਨੇ ਵੇਖਿਆ ਵੀ ਇਹ ਜਿਹੜੀ ਸਫਾਈ ਰੋਜ਼ ਹੋਈ ਵੀ ਹੁੰਦੀ ਹੈ ਨਾ, ਇਹ ਕਰਦੀ ਹੈ। ਤੇ ਉਹਨੇ ਨਾ ਉਸ ਵੇਲੇ ਡੰਡੇ ਦੇ ਨਾਲ ਇਸ ਨੂੰ ਬਹੁਤ ਕੁੱਟਿਆ। ਹੰਕਾਰ ਸੀ ਵੀ ਅਸੀਂ ਉੱਚੀ ਜਾਤ ਦੇ ਹਾਂ ਤੇ ਇਹ ਨੀਵੀਂ ਜਾਤ ਦੀ ਹੈ, ਭੀਲਣੀ ਹੈ, ਇਹ ਸਾਡਾ ਤਪ ਭ੍ਰਿਸ਼ਟ ਕਰ ਰਹੀ ਹੈ, ਸਾਡੇ ਮੱਥੇ ਲੱਗ ਜਾਂਦੀ ਹੈ, ਇਹਦਾ ਸਾਨੂੰ ਪਰਛਾਵਾਂ ਪੈਂਦਾ ਹੈ। ਹੁਣ ਇਹ ਸ਼ਬਰੀ ਜਿਹੜੀ ਹੈ ਜ਼ਖਮੀ ਹਾਲਤ ਦੇ ਵਿੱਚ ਰਿਸ਼ੀ ਦੇ ਕੋਲੋਂ ਕੁੱਟ ਖਾ ਕੇ ਚਲੋ ਵਾਪਸ ਆਪਣੀ ਕੁੱਲੀ ਦੇ ਵਿੱਚ ਆ ਕੇ ਬੈਠ ਗਈ। ਪਰ ਪਰਮੇਸ਼ਰ ਨੇ ਐਸੀ ਖੇਡ ਵਰਤਾਈ ਵੀ ਇਹ ਜਿਹੜਾ ਪੰਪਾਸਰ ਤੀਰਥ ਹੈ,
ਸਰੋਵਰ ਸੀ ਪੰਪਾ ਸਰ, ਪੰਪਾ ਤੀਰਥ ਦਾ ਨਾਮ ਤੇ ਸਰ ਕਹੀਏ ਸਰੋਵਰ। ਇਸ ਸਰੋਵਰ ਦੇ ਵਿੱਚ, ਇਸ ਤਲਾਬ ਦੇ ਵਿੱਚ ਕੀੜੇ ਪੈ ਗਏ, ਬਦਬੂ ਆਉਣੀ ਸ਼ੁਰੂ ਹੋ ਗਈ। ਸਾਰੇ ਰਿਸ਼ੀਆਂ ਨੇ ਬੜਾ ਯਤਨ ਕੀਤਾ, ਬੜੇ ਮੰਤਰ ਪੜ੍ਹੇ, ਬੜੇ ਤਰੀਕਿਆਂ ਦੇ ਨਾਲ ਯਤਨ ਕਰ ਕਰਕੇ ਥੱਕ ਗਏ, ਹਾਰ ਗਏ, ਪਰ ਇਸ ਸਰੋਵਰ ਦਾ ਜਲ ਠੀਕ ਨਾ ਹੋਇਆ, ਜਲ ਨਾ ਠੀਕ ਹੋਇਆ। ਇੱਧਰ ਹੁਣ ਇਹ ਜਿਹੜੀ ਸ਼ਬਰੀ ਹੈ ਭੀਲਣੀ, ਇਹ ਉਡੀਕ ਕਰਦੀ ਹੈ ਮੇਰੇ ਪ੍ਰਭੂ ਆਉਣਗੇ, ਮੈਨੂੰ ਦਰਸ਼ਨ ਦੇਣਗੇ, ਦਰਸ਼ਨ ਦੇਣਗੇ, ਆਉਣਗੇ ਮੇਰੇ ਮਾਲਕ, ਕਦੇ ਤੇ ਆਉਣਗੇ, ਤਰਸ ਕਰਨਗੇ ਹੀ ਮੇਰੇ ਤੇ। ਉਡੀਕਾਂ ਕਰਦੀ ਹੈ ਇਹ। ਮਲਿਆਂ ਦੇ ਬੇਰ ਤੋੜ ਕੇ ਲਿਆਉਂਦੀ ਹੈ ਤੇ ਕੱਲਾ ਕੱਲਾ ਬੇਰ ਨਾ ਇੰਨਾ ਟੁੱਕ ਟੁੱਕ ਕੇ ਦੇਖਦੀ ਹੈ, ਖਾ ਕੇ ਜਿਹੜਾ ਮਿੱਠਾ ਹੁੰਦਾ ਰੱਖ ਲੈਂਦੀ ਹੈ, ਜਿਹੜਾ ਨਹੀਂ ਮਿੱਠਾ ਹੁੰਦਾ ਉਹਨੂੰ ਚੱਕ ਕੇ ਸਿੱਟ ਦਿੰਦੀ ਹੈ। ਹੁਣ ਉਹ ਟੁੱਕੇ ਹੋਏ ਝੂਠੇ ਬੇਰ, ਹੁਣ ਇਹ ਝੂਠ ਸੋਚਦੀ ਗੱਲ ਪ੍ਰੇਮ ਦੇ ਵਿੱਚ ਤਾਂ ਹੁੰਦੀ ਨਹੀਂ ਹੈ, ਉਹ ਤਾਂ ਗੱਲ ਗਾਂਹ ਚਲੀ ਗਈ। ਹੁਣ ਇਹ ਸ਼ਰ੍ਹਾ ਜਿਹੜੀ ਹੈ ਹੇਠਾਂ ਹੇਠਾਂ ਰਹਿ ਜਾਂਦੀ ਹੈ, ਜਦ ਪ੍ਰੇਮ ਵੱਧ ਜਾਵੇ ਤੇ ਸ਼ਰ੍ਹਾ ਤੋਂ ਉੱਚੀਆਂ ਗੱਲਾਂ ਹੋ ਜਾਂਦੀਆਂ, ਸ਼ਰ੍ਹਾ ਤੋਂ ਉੱਚੀਆਂ ਗੱਲਾਂ ਹੋ ਜਾਂਦੀਆਂ। ਤੇ ਗੁਰਮੁਖੋ ਹੁਣ ਇਹਨਾਂ ਰਿਸ਼ੀਆਂ ਨੇ ਨਾ ਉਸ ਵੇਲੇ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ ਵੀ ਮਹਾਰਾਜ ਆਓ, ਤੁਸੀਂ ਪੰਪਾਸਰ ਤੀਰਥ ਸਰੋਵਰ ਦਾ ਜਲ ਖਰਾਬ ਹੋ ਗਿਆ, ਬਦਬੂ ਆ ਰਹੀ, ਕੀੜੇ ਪੈ ਗਏ ਜਲ ਵਿੱਚ। ਸ੍ਰੀ ਰਾਮਚੰਦਰ ਜੀ ਮਹਾਰਾਜ, ਲక్ష్మణ ਜੀ ਆਏ ਜਦੋਂ ਇਸ ਜੰਗਲ ਦੇ ਵਿੱਚ, ਹੁਣ ਕਿਸੇ ਨੂੰ ਨਹੀਂ ਪਤਾ ਵੀ ਸ੍ਰੀ ਰਾਮ ਜੀ ਆ ਰਹੇ ਆ। ਪੁੱਛਦੇ ਆ ਇਹ ਕਿਸਕਾ ਆਸ਼ਰਮ ਹੈ? ਕਹਿੰਦੇ ये सन्यासियों का आश्रम है। ਚੱਲ ਲక్ష్మణ, ਸਾਡਾ ਇੱਥੇ ਕੀ ਕੰਮ, ਅਸੀਂ ਤਾਂ ਗ੍ਰਸਤੀ ਬੰਦੇ ਆ, ਇਹ ਸੰਨਿਆਸੀਆਂ ਦਾ ਆਸ਼ਰਮ, ਇਹ ਫਲਾਨਿਆਂ ਦਾ, ਇਹ ਫਲਾਨਿਆਂ ਦਾ ਆਸ਼ਰਮ, ਸਾਰੇ ਕਹੀ ਜਾਂਦੇ। ਤੇ ਸ੍ਰੀ ਰਾਮਚੰਦਰ ਜੀ ਜਿਸ ਵੇਲੇ ਭੀਲਣੀ ਦੀ ਕੁੱਲੀ ਦੇ ਬਾਹਰ ਗਏ, ਕਹਿੰਦੇ ਇਹ ਕਿਸਕਾ ਆਸ਼ਰਮ ਹੈ? ਉਹਨੇ ਦੇਖਿਆ ਨਹੀਂ ਬਾਹਰ, ਉਹ ਕਹਿੰਦੀ ਇਹ ਮੇਰੇ ਪ੍ਰਭੂ ਰਾਮ का ਆਸ਼ਰਮ ਹੈ। ਕਹਿੰਦੇ ਬਸ ਫਿਰ ਹੁਣ ਆਪਣਾ ਆਸ਼ਰਮ ਆ ਗਿਆ। ਉੱਥੇ ਬੈਠੇ ਐ ਤੇ ਸਾਧ ਸੰਗਤ ਜੀ ਭੀਲਣੀ ਪ੍ਰਸੰਨ ਹੋ ਗਈ, ਉਹ ਬੇਰ ਲਿਆ ਕੇ ਦਿੱਤੇ ਛਕਣ ਨੂੰ। ਐਦਾਂ ਬੁੱਕ ਭਰ ਕੇ ਸ੍ਰੀ ਰਾਮਚੰਦਰ ਜੀ ਨੇ ਲక్ష్మణ ਨੂੰ ਵੀ ਦਿੱਤਾ, ਲੈ ਬਈ ਛਕ ਤੂੰ ਵੀ। ਉਸ ਵੇਲੇ ਲక్ష్మణ ਅੰਦਰੋਂ ਅੰਦਰ ਹੀ ਕੀ ਸੋਚਦਾ, ਰਾਮ ਜੀ ਦੇਖੋ ਝੂਠੇ ਬੇਰ ਖਾਈ ਜਾਂਦੇ, ਝੂਠੇ ਬੇਰ, ਮੈਂ ਤਾਂ ਨਹੀਂ ਖਾਣੇ। ਐਦਾਂ ਸਿੱਟ ਦਿੱਤੇ ਪਿੱਛੇ ਨੂੰ ਚੱਕ ਕੇ। ਕਹਿੰਦੇ ਜੀ ਜਦੋਂ ਜੰਗ ਦੇ ਵਿੱਚ ਲక్ష్మణ ਨੂੰ ਬੇਹੋਸ਼ੀ ਹੋਈ ਸੀ, ਮੂਰਛਤ ਹੋਇਆ ਸੀ, ਸ੍ਰੀ ਰਾਮਚੰਦਰ ਜੀ ਨੇ ਨਾ ਜੀ ਬਚਨ ਕੀਤੇ ਸੀ, ਜਿਸ ਵੇਲੇ ਲక్ష్మణ ਨੇ ਬੇਰ ਸਿੱਟੇ ਸੀ ਪਿੱਛੇ ਨੂੰ, ਕਹਿੰਦੇ ਸੀ ਲక్ష్మణ ਅੱਜ ਨਹੀਂ ਖਾਧੇ, ਚੇਤਾ ਰੱਖੀ ਇੱਕ ਦਿਨ ਖਾਣੇ ਪੈਣਗੇ, ਇੱਕ ਦਿਨ ਖਾਣੇ ਪੈਣਗੇ। ਜਦੋਂ ਜੰਗ ਦੇ ਵਿੱਚ ਲక్ష్మణ ਮੂਰਛਤ ਹੋ ਗਿਆ, ਬੇਹੋਸ਼ ਹੋ ਗਿਆ, ਉਸ ਵੇਲੇ ਜਿਹੜੀ ਸੰਜੀਵਨੀ ਬੂਟੀ ਲੈਣ ਭੇਜਿਆ ਸੀ ਹਨੂਮਾਨ ਨੂੰ, ਉਹ ਹੋਰ ਨਹੀਂ ਸੀ, ਉਹ ਉਸ ਵੇਲੇ ਦੇ ਸਿੱਟੇ ਹੋਏ ਬੇਰ, ਝਾੜੀਆਂ ਬਣੀਆਂ ਹੋਈਆਂ, ਉਹੋ ਹੀ ਲਿਜਾ ਕੇ ਫਿਰ ਉਹਨਾਂ ਨੂੰ ਘੋਟ ਕੇ ਤੇ ਲక్ష్మణ ਨੂੰ ਪਿਲਾਉਣਾ ਪਿਆ ਸੀ, ਤਾਂ ਹੋਸ਼ ਆਈ ਸੀ। ਇਹ ਅਗਾਂਹ ਪਰਮੇਸ਼ਰ ਦੀਆਂ ਖੇਡਾਂ ਨੂੰ ਪਰਮੇਸ਼ਰ ਜਾਣਦਾ। ਤੇ ਗੁਰਮੁਖੋ ਉਹ ਭੀਲਣੀ ਦੇ ਬੇਰ ਛਕੇ ਤੇ ਰਿਸ਼ੀਆਂ ਨੂੰ ਪਤਾ ਲੱਗਿਆ ਸ੍ਰੀ ਰਾਮਚੰਦਰ ਜੀ ਮਹਾਰਾਜ ਆ ਗਏ। ਉਹ ਆਏ, ਹੁਣ ਮਾਫੀਆਂ ਮੰਗਦੇ ਨੇ, ਮਹਾਰਾਜ ਆਓ ਕਿਰਪਾ ਕਰੋ। ਸ੍ਰੀ ਰਾਮਚੰਦਰ ਜੀ ਦੇ ਚਰਨ ਧੋ ਕੇ ਜਲ ਪੰਪਾਸਰ ਸਰੋਵਰ 'ਚ ਪਾਇਆ, ਪਰ ਸਰੋਵਰ ਫਿਰ ਵੀ ਠੀਕ ਨਾ ਹੋਇਆ। ਹੁਣ ਉਹ ਰਿਸ਼ੀ ਮਿਹਨਤਾਂ ਕਰ ਕਰ ਪੁੱਛਦੇ, ਤਾਲੇ ਕਰ ਕਰ ਪੁੱਛਦੇ ਆ, ਕਹਿੰਦੇ ਭਗਵਾਨ ਆਖਰ ਗੱਲ ਕੀ ਆ? ਤੇ ਭਗਵਾਨ ਸ੍ਰੀ ਰਾਮਚੰਦਰ ਜੀ ਕਹਿੰਦੇ ਆ, ਸਾਧੂ ਦਾ ਧੱਕਿਆ ਹੋਇਆ, ਸਾਧੂ ਦਾ ਕੀਤਾ ਹੋਇਆ ਬਚਨ, ਜਾਂ ਸਾਧੂ ਮਹਾਪੁਰਖ ਦੇ ਦੋਖੀ ਦਾ ਜਿਹੜਾ ਹਾਲ, ਉਹਨੂੰ ਠੀਕ ਸਾਧੂ ਹੀ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਕਹਿੰਦੇ ਮਹਾਰਾਜ ਕਿਹਦੀ ਗੱਲ ਕਰ ਰਹੇ ਹੋ? ਮਹਾਰਾਜ ਕਹਿੰਦੇ ਜਿਹਨੂੰ ਡੰਡਿਆਂ ਨਾਲ ਕੁੱਟਿਆ ਸੀ ਨਾ, ਉਹਦੇ ਪੈਰ ਧੋ ਕੇ, ਉਹਦੇ ਚਰਨ ਧੋ ਕੇ ਜੇ ਸਰੋਵਰ ਦੇ ਵਿੱਚ ਜਲ ਪਾਉਂਗੇ ਤਾਂ ਠੀਕ ਹੋਣਾ, ਨਹੀਂ ਸਾਡੇ ਧੋਤਿਆਂ ਚਰਨਾਂ ਦੇ ਨਾਲ ਵੀ ਠੀਕ ਨਹੀਂ ਹੋਣਾ। ਚਲੋ ਹੁਣ ਰਿਸ਼ੀਆਂ ਨੇ ਉਸ ਵੇਲੇ ਮੰਨ ਲਈ ਭਗਵਾਨ ਦੀ ਗੱਲ। ਸ੍ਰੀ ਰਾਮਚੰਦਰ ਜੀ ਦੇ ਕਹਿਣ ਤੇ ਭੀਲਣੀ ਦੇ ਚਰਨ ਧੋਤੇ। ਜਦ ਉਹ ਜਲ ਲਿਜਾ ਕੇ ਪੰਪਾਸਰ ਤੀਰਥ ਸਰੋਵਰ ਦੇ ਵਿੱਚ ਪਾਇਆ, ਬਸ ਜਲ ਪੈਂਦਿਆਂ ਸਾਰੇ ਤੀਰਥ ਦਾ ਪਾਣੀ ਸਵੱਛ ਹੋ ਗਿਆ। ਇਹ ਹੈ ਉਹਦੇ ਪ੍ਰੇਮ ਦੇ ਪ੍ਰੇਮੀਆਂ ਦੀ ਗੱਲ।
ਆ ਧਾਰਨਾ ਬਸ ਪੜ੍ਹ ਕੇ ਫਿਰ ਸਮਾਪਤੀ ਕਰੀਏ। ਜੀ ਸਭ ਰਿਸ਼ੀਆਂ ਦਾ ਮਾਣ ਤੋੜਿਆ, 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 ਸਭ ਰਿਸ਼ੀਆਂ ਦਾ ਮਾਣ ਤੋੜਿਆ। ਤੇ ਬੇਰ ਭੀਲਣੀ ਦੇ ਖਾ ਕੇ ਸਤਿਗੁਰ ਯਾਰ ਗਰੀਬਾਂ ਦਾ, ਸਤਿਗੁਰ ਯਾਰ ਗਰੀਬਾਂ ਦਾ ਕੋਈ ਦੇਖ ਲਵੇ ਅਜ਼ਮਾ ਕੇ, ਸਤਿਗੁਰ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ, ਕੋਈ ਦੇਖ ਲਵੇ ਅਜ਼ਮਾ ਕੇ, ਮੇਰਾ ਸਤਿਗੁਰ ਯਾਰ ਗਰੀਬ, ਮੇਰਾ ਸਤਿਗੁਰ ਯਾਰ ਗਰੀਬਾਂ ਦਾ। ਮੇਰਾ ਮਾਲਕ ਗਰੀਬਾਂ ਦਾ ਸਦਾ ਹੀ ਨਵਾਜਣ ਵਾਲਾ ਹੈ। ਆਓ ਗੁਰਮੁਖ ਪਿਆਰਿਓ, ਇਤਨੀ ਕੁ ਹਾਜ਼ਰੀ ਸਮਾਂ ਪ੍ਰਵਾਨ ਕਰਿਓ। ਇਦੋਂ ਗਾਂ ਦੀ ਵਿਚਾਰ ਆਉਣ ਵਾਲੇ ਦੀਵਾਨਾਂ ਦੇ ਵਿੱਚ ਕੀਤੀ ਜਾਵੇਗੀ। ਸਭ ਸੰਗਤਾਂ ਦਾ ਧੰਨਵਾਦ। ਇਸੇ ਤਰ੍ਹਾਂ ਪਿਆਰ ਆਸ਼ੀਰਵਾਦ ਬਖਸ਼ੀ ਰੱਖਣਾ ਤੇ ਆਪਾਂ ਮਹਾਰਾਜ ਦੇ ਗੁਣ ਗਾਉਂਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।